परम सन्मान जो गुरु प्यारी साध संगत जी, प्यार सहित गुरु फतेह नाल सांझ पाओ अते आखो वाहिगुरु जी का खालसा वाहिगुरु जी की फतेह। गुरबाणी सारी तरतीब दे विच है। पहला मैं बेनती करदियां, अज जिस विषय ते विचार कीती जा रही है वो विषय बहुत ही अहम है ਅਤੇ ਸਿੱਖੀ ਵਿੱਚ ਵਿਚਾਰ ਮੰਗਦਾ ਹੈ, ਕਿਉਂਕਿ ਕੁਝ ਵੀਰਾਂ ਨੇ ਸਰਬ ਰੋਗ ਕਾ ਔਖਦ ਨਾਮ ਦੇ ਉੱਤੇ ਆਪਣੀਆਂ ਸੰਸਥਾਵਾਂ ਬਣਾ ਕੇ ਉੱਤੇ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕੇਵਲ ਨਾਮ ਜਪਿਆਂ ਸਾਡੇ ਸਰੀਰ ਦੇ ਰੋਗ ਦੂਰ ਹੋ ਜਾਂਦੇ ਹਨ, ਜਦ ਕਿ ਗੁਰਬਾਣੀ ਪਹਿਲਾਂ ਸਾਡੇ ਮਾਨਸਿਕ ਰੋਗ ਦੂਰ ਕਰਦੀ ਹੈ। ਜੇ ਮਾਨਸਿਕ ਰੋਗ ਦੂਰ ਹੋ ਗਏ ਤੇ ਸਰੀਰ ਦੇ ਰੋਗ ਵੀ ਦੂਰ ਹੋ ਸਕਦੇ ਨੇ। ਤੋ ਮਾਨਸਿਕ ਰੋਗਾਂ ਦੀ ਗੁਰਬਾਣੀ ਗੱਲ ਕਰ ਰਹੀ ਹੈ, ਪਰ ਮਾਨਸਿਕ ਰੋਗਾਂ ਦੀ ਅਸੀਂ ਗੱਲ ਨਾ ਕਰਦਿਆਂ ਹੋਇਆਂ ਸਾਰਾ ਜ਼ੋਰ ਇਸੇ ਗੱਲ ਦੇ ਉੱਤੇ ਲਾ ਦਿੱਤਾ ਹੈ ਕਿ ਜੋ ਸਰੀਰਕ ਰੋਗ ਨੇ ਉਹ ਕੇਵਲ ਤੇ ਕੇਵਲ ਨਾਮ ਜਪਿਆਂ ਹੀ ਦੂਰ ਹੋ ਸਕਦੇ ਨੇ, ਤੇ ਜੇ ਨਾ ਦੂਰ ਹੋਏ ਤੇ ਫਿਰ ਸਾਡੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਗੁਰਬਾਣੀ ਦੀ ਲੋਹ ਵਿੱਚ ਇਸ ਗੱਲ ਨੂੰ ਅੱਜ ਵੇਖਣ ਦਾ ਯਤਨ ਕੀਤਾ ਜਾਏਗਾ ਕਿ ਆਇਆ ਸਿੱਖੀ ਇਸ ਤਰ੍ਹਾਂ ਦੇ ਨਾਮ ਜਪ ਦੁਆਰਾ ਰੋਗਾਂ ਨੂੰ ਮਿਟਾਉਣ ਦੀ ਕੋਈ ਮਾਨਤਾ ਦਿੰਦੀ ਹੈ। ਇਸ ਵਿਸ਼ੇ ਉੱਤੇ ਖੁੱਲ੍ਹ ਕੇ ਵਿਚਾਰ ਕੀਤੀ ਜਾ ਰਹੀ ਹੈ। ਰੋਗ ਅਤੇ ਨਾਮ ਗੁਰਬਾਣੀ ਸਾਰੀ ਤਰਤੀਬ ਵਿੱਚ ਹੈ। ਇਸ ਵਿੱਚ ਕਿਸੇ ਵੀ ਅੱਖਰ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਗੁਰਬਾਣੀ ਸ਼ਲੋਕ, ਸ਼ਬਦ, ਅਸ਼ਟਪਦੀਆਂ, ਸਵਈਏ, ਸ਼ੰਤ ਤੇ ਪੌੜੀਆਂ ਦੇ ਵੱਖ-ਵੱਖ ਰੂਪਾਂ ਵਿੱਚ ਉਚਾਰਨ ਕੀਤੀ ਗਈ ਹੈ। ਇਸ ਲਈ ਗੁਰਬਾਣੀ ਦੇ ਸ਼ਬਦ ਵਿੱਚ ਆਏ ਵਿਸ਼ਾ ਵਸਤੂ ਨੂੰ ਮੁੱਖ ਰੱਖ ਕੇ ਸਮਝਣ ਦੀ ਜ਼ਰੂਰਤ ਹੈ। ਸ਼ਲੋਕ ਤੇ ਸ਼ੰਤ ਦਾ ਆਪਸ ਵਿੱਚ ਪੂਰਾ ਤਾਲਮੇਲ ਹੋਣ ਦੇ ਨਾਤੇ ਇਹ ਇੱਕ ਮੁਕੰਮਲ ਵਿਸ਼ਾ ਹੁੰਦਾ ਹੈ, ਜਦ ਕਿ ਗੁਰਬਾਣੀ ਦਾ ਹਰ ਸ਼ਬਦ ਇੱਕ ਨਵਾਂ ਵਿਸ਼ਾ ਲੈ ਕੇ ਸੰਸਾਰ ਨੂੰ ਜੀਵਨ ਜੁਗਤ ਦੱਸ ਰਿਹਾ ਹੈ। ਕਬੀਰ ਜੀ ਤੇ ਫਰੀਦ ਜੀ ਦੇ ਸ਼ਲੋਕਾਂ ਨੂੰ ਹੀ ਲੈ ਲਈਏ, ਕਈ ਸ਼ਲੋਕਾਂ ਨੂੰ ਇਕੱਠਿਆਂ ਵਿਚਾਰਾਂਗੇ ਤਾਂ ਉਹਨਾਂ ਵਿੱਚੋਂ ਪੂਰੇ ਵਿਸ਼ੇ ਦੀ ਸਮਝ ਆਉਂਦੀ ਹੈ। ਵਾਰ ਦੇ ਵਿਸ਼ਾ ਵਸਤੂ ਨੂੰ ਸਮਝਣ ਲਈ ਗੁਰਬਾਣੀ ਤੇ ਉਸ ਨਾਲ ਆਏ ਸ਼ਲੋਕਾਂ ਨੂੰ ਇਕੱਠਿਆਂ ਕਰਕੇ ਵਿਚਾਰਾਂਗੇ ਤਾਂ ਉਸ ਵਿੱਚੋਂ ਪੂਰਾ ਸਬਜੈਕਟ ਮਿਲੇਗਾ, ਪੂਰਾ ਵਿਸ਼ਾ ਮਿਲੇਗਾ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਬਾਕੀ ਸ਼ਬਦ ਵਿੱਚ ਇਸ ਕੇਂਦਰੀ ਭਾਵ ਨੂੰ ਵਿਸਥਾਰ ਨਾਲ ਖੋਲ੍ਹਿਆ ਗਿਆ ਹੁੰਦਾ ਹੈ। ਇੰਝ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਸ਼ਲੋਕਾਂ ਤੇ ਅਸ਼ਟਪਦੀਆਂ ਨੂੰ ਇਕੱਠਾ ਕਰਕੇ ਵਿਚਾਰਾਂਗੇ ਤਾਂ ਉਸ ਵਿੱਚੋਂ ਇੱਕ ਮੁਕੰਮਲ ਵਿਸ਼ੇ ਦੀ ਸਮਝ ਆਏਗੀ। ਹੋਇਆ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਆਪਣੀ ਮਰਜ਼ੀ ਨਾਲ ਇੱਕ ਤੁਕ ਨੂੰ ਲੈ ਕੇ ਉਸ ਦਾ ਕੀਰਤਨ ਜਾਂ ਕਥਾ ਕੀਤੀ ਹੈ, ਜਿਸ ਨਾਲ ਸ਼ਬਦ ਦਾ ਵਿਸ਼ਾ ਵਸਤੂ ਹੀ ਬਦਲ ਕੇ ਰੱਖ ਦਿੱਤਾ ਹੈ। ਮਿਸਾਲ ਦੇ ਤੌਰ ਤੇ ਗੁਰਸਿੱਖਾਂ ਮਨ ਵਾਧਾਈਆਂ, ਜਿਨ੍ਹਾਂ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਇਸ ਦਾ ਅਰਥ ਹੈ ਕਿ ਹੇ ਭਾਈ, ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ ਹੈ, ਉਹਨਾਂ ਦੇ ਮਨ ਵਿੱਚ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਹੁਣ ਕਿਸੇ ਦੇ ਘਰ ਵਿੱਚ ਵਿਆਹ ਹੈ, ਅਸਾਂ ਘਰਦਿਆਂ ਨੂੰ ਖੁਸ਼ ਕਰਨ ਲਈ ਆਪਣੇ ਮਨ ਦੀ ਕਾਢ ਨਾਲ ਸ਼ਬਦ ਸ਼ੁਰੂ ਕੀਤਾ, ਵਾਧਾਈਆਂ 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 ਦਾ ਕੀਰਤਨ ਕਰੀ ਜਾਂਦੇ ਹਾਂ, ਤੇ ਕਿੰਨੇ ਚਿਰ ਬਾਅਦ ਜਾ ਕੇ ਬੋਲਦੇ ਹਾਂ, ਗੁਰਸਿੱਖਾਂ ਮਨ ਵਾਧਾਈਆਂ। ਘਰ ਦੇ ਸਮਝ ਰਹੇ ਹਨ ਕਿ ਸਾਨੂੰ ਵਧਾਈਆਂ ਮਿਲ ਰਹੀਆਂ ਹਨ। ਇੰਝ ਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦਾ ਕੀਰਤਨ ਕਰਕੇ ਪਰਿਵਾਰ ਨੂੰ ਇਹ ਪ੍ਰਭਾਵ ਦੇਣ ਦਾ ਯਤਨ ਕਰਦੇ ਹੁੰਦੇ ਹਾਂ ਕਿ ਲੱਖਾਂ ਖੁਸ਼ੀਆਂ ਗੁਰੂ ਜੀ ਨੇ ਤੁਹਾਨੂੰ ਹੀ ਦਿੱਤੀਆਂ ਹਨ, ਜਦ ਕਿ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਮੇਰਾ ਮਨ ਏਕ ਸਿਉ ਚਿਤ ਲਾਏ, ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ। ਫਿਰ ਦੁਹਰਾ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ, ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ। ਸਭ ਧੰਦ ਤੇ ਮਿਥਿਆ ਮੋਹ ਮਾਏ ਨੂੰ
ਇੱਕ ਪਾਸੇ ਰੱਖ ਕੇ ਸਿਰਫ ਲੱਖ ਖੁਸ਼ੀਆਂ ਦੇ ਸ਼ਬਦ ਦਾ ਹੀ ਕੀਰਤਨ ਕੀਤਾ ਜਾ ਰਿਹਾ ਹੈ, ਜੋ ਇਹ ਸਾਡੀ ਆਪਣੀ ਮਰਜ਼ੀ ਹੈ ਤੇ ਗੁਰਮਤਿ ਦੇ ਵਿਰੋਧ ਵਿੱਚ ਜਾਂਦੀ ਹੈ। ਬਹੁਤੀ ਥਾਈਂ ਕਥਾ ਕੀਰਤਨ ਸੁਣਦਿਆਂ ਅਕਸਰ ਇਹ ਹੀ ਮੁੜ-ਮੁੜ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਭਾਈ ਨਾਮ ਜਪਣ ਤੋਂ ਬਿਨਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਦੂਸਰਾ, ਸਾਡੇ ਸਰੀਰ ਦੇ ਜਿੰਨੇ ਵੀ ਭਿਆਨਕ ਤੋਂ ਭਿਆਨਕ ਰੋਗ ਹਨ, ਉਹ ਨਾਮ ਸਿਮਰਨ ਦੁਆਰਾ ਦੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਕੈਂਸਰ, ਟੀਵੀ, ਦਾੜ ਦਰਦ, ਗਿੱਟਿਆਂ ਗੋਡਿਆਂ ਤੇ ਸਿਰ ਦੀ ਦਰਦ, ਸਾਹ ਦਾ ਚੜ੍ਹਨਾ, ਹਾਰਟ ਟਰਬਲ, ਬੁਖਾਰ ਤੇ ਕੋੜ ਵਰਗੀਆਂ ਦੀਰਘ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਤੇ ਗੁਰਬਾਣੀ ਦੀ ਇਹ ਤੁਕ ਪੜ੍ਹ ਕੇ ਸੁਣਾ ਦਿੰਦੇ ਹਨ ਕਿ ਸਰਬ ਰੋਗ ਕਾ ਔਖਦ ਨਾਮ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਈ ਇੱਕ ਤੁਕ ਦੀ ਸਿਧਾਂਤਕ ਵਿਚਾਰ ਕੀਤੀ ਜਾਏ, ਤਾਂ ਕਿ ਗੁਰੂ ਸਾਹਿਬ ਜੀ ਦਾ ਜੋ ਸਦੀਵ ਕਾਲ ਸਨੇਹਾ ਹੈ, ਮੈਸੇਜ ਹੈ, ਉਪਦੇਸ਼ ਹੈ, ਸੰਸਾਰ ਨੂੰ ਜੋ ਮਿਲਿਆ ਹੈ, ਉਸ ਤੋਂ ਲਾਭ ਉਠਾ ਕੇ ਆਤਮਿਕ ਉન્નਤੀ ਕੀਤੀ ਜਾ ਸਕੇ। ਮਨੁੱਖੀ ਸਰੀਰ ਦੀ ਬਣਤਰ ਵੱਲ ਧਿਆਨ ਮਾਰਿਆ ਜਾਏ ਤਾਂ ਇਹ ਦੋ ਭਾਗਾਂ ਵਿੱਚ ਵੰਡੀ ਦਿਸਦੀ ਹੈ, ਜਿਸ ਦਾ ਇੱਕ ਭਾਗ ਅੰਦਰਲਾ ਤੇ ਦੂਜਾ ਭਾਗ ਬਾਹਰਲਾ ਦਿਸਦਾ ਹੈ, ਜਿਸ ਨੂੰ ਸੂਖਸ਼ਮ ਤੇ ਅਸਥੂਲ ਕਿਹਾ ਜਾਂਦਾ ਹੈ। ਗੁਰਬਾਣੀ ਇਹਨਾਂ ਹੀ ਭਾਗਾਂ ਨੂੰ ਇਹਾਂ ਉਹਾਂ, ਇੱਥੇ ਉੱਥੇ, ਲੋਕ ਪਰਲੋਕ, ਸਹੁਰੇ ਪੇਕੇ ਦੇ ਅਲੰਕਾਰਾਂ ਵਿੱਚ ਵੀ ਪ੍ਰਗਟ ਕਰਦੀ ਹੈ। ਇੰਜ ਕਹਿ ਲਿਆ ਜਾਏ ਕਿ ਆਦਮੀ ਹਮੇਸ਼ਾ ਦੋ ਤਲਾਂ ਤੇ ਜ਼ਿੰਦਗੀ ਜੀਉ ਰਿਹਾ ਹੈ। ਅੰਦਰਲੇ ਸੁਭਾਅ ਵਿੱਚ ਕੁਝ ਹੋਰ ਹੈ ਤੇ ਬਾਹਰਲੇ ਸੁਭਾਅ ਵਿੱਚ ਕੁਝ ਹੋਰ ਹੈ। ਗੁਰਬਾਣੀ ਦੀ ਇੱਕ ਮਹਾਨ ਵਡਿਆਈ ਹੈ ਕਿ ਇਹ ਮਨੁੱਖ ਨੂੰ ਅੰਦਰੋਂ ਤੇ ਬਾਹਰੋਂ ਇੱਕ ਹੋਣ ਦੀ ਤਾਕੀਦ ਕਰਦੀ ਹੈ। ਕੁਝ ਬਿਮਾਰੀਆਂ ਮਨੁੱਖੀ ਸਰੀਰ ਦੀਆਂ ਹਨ ਤੇ ਕੁਝ ਬਿਮਾਰੀਆਂ ਇਸ ਮਨ ਅਥਵਾ ਆਤਮਾ ਦੀਆਂ ਹਨ। ਸਰੀਰਕ ਬਿਮਾਰੀਆਂ ਵੱਖ-ਵੱਖ ਕਿਸਮਾਂ ਦੀਆਂ ਹਨ ਤੇ ਉਹਨਾਂ ਦੇ ਇਲਾਜ ਲਈ ਵੱਖ-ਵੱਖ ਹੀ ਹਸਪਤਾਲ ਹਨ। ਇੱਥੋਂ ਤੱਕ ਕਿ ਸਰੀਰ ਦੇ ਇੱਕ ਅੰਗ ਜਾਂ ਇੱਕ ਬਿਮਾਰੀ ਦੇ ਅਗਾਹਾਂ ਡਾਕਟਰ ਵੀ ਵੱਖੋ ਵੱਖਰੇ ਹੁੰਦੇ ਹਨ। ਚੰਗੇ ਹਸਪਤਾਲਾਂ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਹਰ ਬਿਮਾਰੀ ਦੇ ਮਾਹਰ ਡਾਕਟਰ ਹੀ ਰੱਖਦੇ ਹਨ, ਜੋ ਬਿਮਾਰ ਤੋਂ ਬਿਮਾਰ ਆਦਮੀ ਦਾ ਯੋਗ ਤੇ ਢੁਕਵਾਂ ਇਲਾਜ ਕਰ ਸਕਣ। ਸੰਸਾਰ ਨੂੰ ਵੀ ਰੋਗੀ ਜਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਇਸ ਦਾ ਇਲਾਜ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਮਹਾਨ ਗ੍ਰੰਥ ਸੰਸਾਰ ਦੀ ਝੋਲੀ ਵਿੱਚ ਪਾਇਆ ਹੈ, ਤਾਂ ਕਿ ਸੰਸਾਰੀ ਲੋਕ ਇਸ ਮਹਾਨ ਗ੍ਰੰਥ ਵਿੱਚੋਂ ਆਤਮਿਕ ਜੀਵਨ ਦੀ ਸੂਝ ਲੈ ਕੇ ਆਪਣੀਆਂ ਅੰਦਰਲੀਆਂ ਸੁਭਾਵਕ ਬਿਮਾਰੀਆਂ ਦੂਰ ਕਰ ਸਕਣ। ਗੁਰਵਾਕ ਹੈ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸਮਾਜ, ਧਰਮ, ਰਾਜਨੀਤੀ ਵਿੱਚ ਆਈ ਹੋਈ ਗਿਰਾਵਟ ਨੂੰ ਵੀ ਬਿਮਾਰੀ ਦਾ ਹੀ ਨਾਂ ਦਿੱਤਾ ਗਿਆ ਹੈ। ਜੋ ਸੁਖਮਨੀ ਸਾਹਿਬ ਜੀ ਦੀ ਮਹਾਨ ਰਚਨਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ, ਇਸ ਦਾ ਮੁੱਖ ਭਾਵ ਮਨੁੱਖ ਨੂੰ ਆਪਣੇ ਮਨ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦਾ ਹੈ। ਇਸ ਰਚਨਾ ਵਿੱਚ ਇੱਕ ਰਹਾਉ ਆਉਂਦਾ ਹੈ ਜੋ ਇਸ ਪ੍ਰਕਾਰ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਿਸਰਾਮ ਰਹਾਉ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਿਸਰਾਮ ਰਹਾਉ। ਪਰਮਾਤਮਾ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁੱਖਾਂ ਦੀ ਮਣੀ ਹੈ। ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ। ਅੰਮ੍ਰਿਤ ਸ਼ਬਦ ਦਾ ਭਾਵ ਹੈ ਆਤਮਿਕ ਸੁਖ ਦੇਣ ਵਾਲਾ ਪਰਮਾਤਮਾ ਦਾ ਨਾਮ, ਜੋ ਭਗਤਾਂ ਦੇ ਹਿਰਦੇ ਵਿੱਚ ਟਿਕਿਆ ਹੁੰਦਾ ਹੈ। ਆਮ ਆਦਮੀ ਕਈ ਪ੍ਰਕਾਰ ਦੀਆਂ ਮੁਸ਼ਕਲਾਵਾਂ, ਸੰਸਿਆਵਾਂ, ਚਿੰਤਾਵਾਂ ਵਿੱਚ ਘਿਰਿਆ ਹੋਇਆ
ਆਤਮਿਕ ਤਲ ਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ, ਪਰ ਭਗਤ ਜਨ ਇਹਨਾਂ ਬਿਮਾਰੀਆਂ ਤੋਂ ਉੱਪਰ ਉੱਠ ਜਾਂਦੇ ਹਨ। ਸਾਰੇ ਸੁਖਮਨੀ ਸਾਹਿਬ ਵਿੱਚ ਮਨ ਦੀਆਂ ਬਿਮਾਰੀਆਂ ਅਥਵਾ ਰੋਗਾਂ ਦੀ ਗੱਲ ਕਰਦਿਆਂ ਉਹਨਾਂ ਦੇ ਸਮਾਧਾਨ ਦੀ ਗੱਲ ਕੀਤੀ ਗਈ ਹੈ। ਕਈ ਭੋਲੇ ਵੀਰਾਂ ਨੇ ਸਿਰਫ ਇੱਕ ਤੁਕ ਨੂੰ ਹੀ ਲੈ ਕੇ ਸਰੀਰਕ ਬਿਮਾਰੀਆਂ ਬਾਰੇ ਕਿਆ ਸੁਣਿਆ ਹੈ ਤੇ ਡਾਕਟਰੀ ਇਲਾਜ ਨਾ ਕਰਾਉਣ ਦੀ ਸਲਾਹ ਵੀ ਦਿੰਦੇ ਹਨ, ਜਦ ਕਿ ਗੁਰਬਾਣੀ ਮਨੁੱਖੀ ਮਨ ਦੇ ਰੋਗਾਂ ਦੀ ਗੱਲ ਕਰਦੀ ਹੈ। ਸਰਬ ਰੋਗ ਕਾ ਔਖਦ ਨਾਮ ਵਾਲੀ ਤੁਕ ਨੂੰ ਸਮਝਣ ਲਈ ਇਸ ਸਾਰੀ ਅਸ਼ਟਪਦੀ ਨੂੰ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਆਖਰੀ ਅਰਥਾਂ ਇਹੀ ਬਣਨਗੇ, ਸਾਰੇ ਰੋਗਾਂ ਦੀ ਦਵਾਈ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਜੇ ਇਹ ਸਾਰੀ ਅਸ਼ਟਪਦੀ ਨੂੰ ਧਿਆਨ ਨਾਲ ਵਿਚਾਰਿਆ ਜਾਏ ਤਾਂ ਰੋਗ ਵਿੱਚੋਂ ਆਪਰਸ ਸੋਚ ਰੱਖਣ ਦਾ ਨਿਕਲਦਾ ਹੈ। ਨਾਲ ਹੀ ਇਸ ਅਸ਼ਟਪਦੀ ਦੇ 7ਵੇਂ ਬੰਦ ਵਿੱਚ ਜੀਵਨ ਜੁਗਤੀ ਦਾ ਸੰਕਲਪ ਰੱਖਿਆ ਹੋਇਆ ਦਿਸਦਾ ਹੈ। ਸਰਬ ਰੋਗ ਕਾ ਔਖਦ ਨਾਮ ਨੂੰ ਵਿਚਾਰਨ ਲਈ ਇਸ ਸਾਰੀ ਅਸ਼ਟਪਦੀ ਦੇ ਹਰੇਕ ਬੰਦ ਦੀ, ਹਰੇਕ ਤੁਕ ਦੀ ਵਿਚਾਰ ਕੀਤੀ ਜਾਏਗੀ। ਇਸ ਅਸ਼ਟਪਦੀ ਦਾ ਭਾਵ ਅਰਥ ਸ਼ਲੋਕ ਵਿੱਚ ਆਉਂਦਾ ਹੈ, ਜੋ ਸਮੁੱਚੇ ਭਾਵ ਨੂੰ ਆਪਣੇ ਵਿੱਚ ਸਮਾਈ ਬੈਠਾ ਹੈ। ਸ਼ਲੋਕ ਅਸ਼ਟਪਦੀ ਇੱਕ ਪੂਰਾ ਸੈੱਟ ਹੋਣ ਕਰਕੇ ਮੁਕੰਮਲ ਵਿਸ਼ਾ ਹੈ। ਸ਼ਲੋਕ ਕੀ ਹੈ? ਔਰ ਧਾਰ ਹੈ ਜੋ ਅੰਤਰਨਾਮ ਸਰਵ ਮੈਂ ਪੇਖਾ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ, ਉਹ ਆਪਰਸ ਸਗਲ ਨਿਸਤਾਰੈ। ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ, ਉਹ ਆਪਰਸ ਸਗਲ ਨਿਸਤਾਰੈ। ਜੋ ਮਨੁੱਖ ਪਰਮਾਤਮਾ ਦੇ ਨਾਮ ਭਾਵ ਉਹਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ, ਉਹ ਭਗਵਾਨ ਨੂੰ ਸਾਰਿਆਂ ਵਿੱਚ ਵਿਆਪਕ ਦੇਖਦਾ ਹੈ ਤੇ ਹਰੇਕ ਪਲ ਉਹਦੀ ਯਾਦ ਵਿੱਚ ਗੁਜ਼ਾਰਦਾ ਹੋਇਆ ਆਪਰਸ ਸੁੱਚਾ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਉਹ ਫਿਰ ਹੋਰਨਾਂ ਜੀਵਾਂ ਨੂੰ ਸੰਸਾਰ ਦੇ ਵਿਕਾਰਾਂ ਵੱਲੋਂ ਹਟਾ ਕੇ ਮੁਕਤੀ ਵਾਲੇ ਰਸਤੇ ਤੇ ਤੋਰਦਾ ਹੈ। ਇਸ ਵਿੱਚ ਸ਼ਬਦ ਆਪਰਸ ਆਇਆ ਹੈ, ਜਿਸ ਦਾ ਸੰਬੰਧ ਸੁੱਚ ਤੇ ਭਿੱਟ ਨਾਲ ਆਉਂਦਾ ਹੈ। ਹਿੰਦੂ ਮਤ ਵਿੱਚ ਕਈ ਮਨੁੱਖ ਬੜੀ ਸੁੱਚ ਰੱਖਣ ਦੇ ਅਜਿਹੇ ਭਰਮ ਵਿੱਚ ਪੈ ਜਾਂਦੇ ਹਨ ਕਿ ਕਿਸੇ ਹੋਰ ਦੇ ਹੱਥ ਦੇ ਬਣੇ ਹੋਏ ਪ੍ਰਸ਼ਾਦੇ ਨੂੰ ਖਾਣਾ ਤਾਂ ਇੱਕ ਪਾਸੇ ਰਿਹਾ, ਵਿਚਾਰੇ ਛੂੰਹਦੇ ਵੀ ਨਹੀਂ ਹਨ। ਗੁਰਮਤਿ ਅਨੁਸਾਰ ਅਸਲੀ ਸੁੱਚਾ ਉਹ ਮਨੁੱਖ ਹੈ ਜੋ ਹਰ ਵੇਲੇ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਰੱਖਦਾ ਹੈ। ਇਸ ਅਸ਼ਟਪਦੀ ਵਿੱਚ ਸਭ ਤੋਂ ਭਿਆਨਕ ਰੋਗ ਸਾਡੇ ਸਾਹਮਣੇ ਅਖੌਤੀ ਭਿੱਟ ਸੋਚ ਆਪਰਸ ਦਾ ਆਉਂਦਾ ਹੈ, ਜੋ ਹਉਮੈ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਗੁਰਬਾਣੀ ਹਉਮੈ ਨੂੰ ਦੀਰਘ ਰੋਗ ਦੱਸਦੀ ਹੈ, ਜੋ ਆਤਮਿਕ ਬਿਮਾਰੀਆਂ ਦੀ ਜੜ ਮੰਨੀ ਗਈ ਹੈ। ਇਸ ਪ੍ਰਥਾਏ ਕੁਝ ਪ੍ਰਮਾਣਵੀ ਵਾਚਣ ਯੋਗ ਹਨ। ਮੈਂ ਫਿਰ ਦੁਹਰਾ ਦਿਆਂ, ਗੁਰਬਾਣੀ ਹਉਮੈ ਨੂੰ ਦੀਰਘ ਰੋਗ ਦੱਸਦੀ ਹੈ, ਜੋ ਆਤਮਿਕ ਬਿਮਾਰੀਆਂ ਦੀ ਜੜ ਮੰਨੀ ਗਈ ਹੈ। ਇਸ ਪ੍ਰਥਾਏ ਕੁਝ ਪ੍ਰਮਾਣਵੀ ਵਾਚਣ ਯੋਗ ਹਨ। ਹਉਮੈ ਦੀਰਘ ਰੋਗ ਹੈ, दारू भी इस माहे, किरपा करें जे अपनी, तां गुर का शब्द कमाहे। पन्ना गुरु ग्रंथ साहिब जी दा 466 महला दूजा। दूसरा वाक, हउमै वड्डा रोग है, भाए दूजै कर्म कमाए। श्लोक महला तीजा, पन्ना 599। तीसरा, हउमै अंदर खड़क, खड़के खड़क विहाए। हउमै वड्डा रोग है, मर जमै आवे जाए। श्लोक महला तीजा, पन्ना 502। हउमै वड्डा रोग है, सिर मारै जमकाल। मलार महला तीजा, पन्ना 1258।
मन अंतर हौमे रोग है, परम पूले मनमुख दुर्जना, नानक रोग गवाए, मिल सतगुर साधु सज्जना। श्लोक महला चौथा, पन्ना 301। बहुत सारे प्रमाण गुरबाणी विचों मिलते हैं, जिन्हां तों सानूं इह पता चलदा है कि गुरबाणी सरीरक रोगां दी गल नहीं करदी, ਇਹ ਤੇ ਸਗੋਂ ਅੰਦਰਲੇ ਰੋਗਾਂ ਦੀ ਗੱਲ ਕਰ ਰਹੀ ਹੈ। ਹੁਣ ਇਸ ਅਸ਼ਟਪਦੀ ਵਿੱਚ ਮੁੱਖ ਰੋਗ ਨੀਵੀਂ ਜਾਤੀ ਦੇ ਬੰਦਿਆਂ ਦੇ ਛੋਹ ਜਾਣਦਾ ਹੈ। ਜੇਕਰ ਨੀਵੀਂ ਜਾਤੀ ਦੇ ਕਿਸੇ ਆਦਮੀ ਦਾ ਪਰਛਾਵਾਂ ਅਚਾਨਕ ਉੱਚੀ ਕੁਲ ਦੇ ਆਦਮੀ ਉੱਤੇ ਪੈ ਜਾਂਦਾ ਸੀ ਤਾਂ ਉਹ ਪਿੱਟਿਆ ਹੋਇਆ ਸਮਝਿਆ ਜਾਂਦਾ ਸੀ। ਇੱਕ ਅੱਖ ਦੇ ਇਸ਼ਾਰੇ ਨਾਲ ਹੀ ਉਸ ਦੀ ਪਵਿੱਤਰਤਾ ਭੰਗ ਹੋ ਜਾਂਦੀ ਸੀ। ਬਨਾਵਟੀ ਸੋਚ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਇਹਨਾਂ ਵਿਚਾਰਿਆਂ ਨੂੰ ਕਈ ਵਾਰ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ ਪੈਂਦਾ ਸੀ, ਪਰ ਇਸ ਭਿਆਨਕ ਬਿਮਾਰੀ ਦੇ ਦਰਸ਼ਨ ਅੱਜ ਵੀ ਖੁੱਲ੍ਹੇ ਰੂਪ ਵਿੱਚ ਸਿੱਖਾਂ ਦੇ ਗੁਰਦੁਆਰਿਆਂ ਵਿੱਚੋਂ ਕੀਤੇ ਜਾ ਸਕਦੇ ਹਨ। ਇਸ ਅਸ਼ਟਪਦੀ ਦਾ ਸ਼ਲੋਕ ਇਹ ਦੱਸਦਾ ਹੈ ਕਿ ਆਪਣੇ ਮਨ ਵਿੱਚ ਪਰਮਾਤਮਾ ਦਾ ਨਾਮ ਰੱਖ ਕਿ ਸੁੱਚਾ ਹੋਇਆ ਜਾ ਸਕਦਾ ਹੈ। ਫਿਰ ਦੁਹਰਾ ਦਿਆਂ, ਆਪਣੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਰੱਖ ਕੇ ਹੀ ਸੁੱਚਾ ਹੋਇਆ ਜਾ ਸਕਦਾ ਹੈ। ਭਾਵ ਗੁਰੂ ਜੀ ਵੱਲੋਂ ਦੱਸੀ ਹੋਈ ਨਿਯਮਾਵਲੀ ਨੂੰ ਅਪਣਾਇਆ ਅਸੀਂ ਵਿਕਾਰਾਂ ਵੱਲੋਂ ਅਪਰਸ ਹੋ ਸਕਦੇ ਹਾਂ। ਇਸ ਅਸ਼ਟਪਦੀ ਦੇ ਪਹਿਲੇ ਬੰਦ ਵਿੱਚ ਕੁਝ ਨੁਕਤੇ ਅਜਿਹੇ ਦਿੱਤੇ ਗਏ ਹਨ ਜੋ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ। ਜ਼ੁਬਾਨ ਨੂੰ ਝੂਠ ਬੋਲਣ ਦਾ ਚਸਕਾ, ਪਿਆਰੀਆਂ ਅੱਖਾਂ ਨੂੰ ਪਰਾਇਆ ਰੂਪ ਤੱਕਣ ਦਾ ਚਸਕਾ, ਕੰਨਾਂ ਨੂੰ ਆਪਣੀ ਤਾਰੀਫ ਤੇ ਗਵਾਂਢੀਆਂ ਦੀ ਨਿੰਦਿਆ ਸੁਣਨ ਦੀ ਭੈੜੀ ਆਦਤ, ਮਨ ਦੀਆਂ ਮਲੀਨ ਵਾਸ਼ਨਾਵਾਂ ਤੇ ਘਟੀਆਂ ਸੋਚਾਂ ਤੇ ਭਿਆਨਕ ਰੋਗ ਇਸ ਨੂੰ ਚੰਬੜੇ ਹੋਏ ਹਨ। ਗੁਰੂ ਸਾਹਿਬ ਜੀ ਇਹਨਾਂ ਰੋਗਾਂ ਤੋਂ ਛੁਟਕਾਰੇ ਦੀ ਇੱਕ ਤਰਕੀਬ ਦੱਸਦੇ ਹੋਏ ਹਨ। ਜੇ ਰੱਬੀ ਦੀਦਾਰ ਦੀ ਚਾਹਨਾ ਰੱਖਦਾ ਏ ਤਾਂ ਸੰਗਤ ਦੀ ਸੇਵਾ, ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝ ਕੇ ਗੁਰੂ ਦੀ ਸੋਚ ਨੂੰ ਅਪਣਾ, ਫਿਰ ਇਹਨਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਸੇ ਹੀ ਬੰਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਆਖਦੇ ਹਨ ਕਿ ਭਲੇ ਬੰਦੇ ਆਪਣੇ ਗਿਆਨ ਇੰਦਰੀਆਂ ਨੂੰ ਸਹੀ ਤੇ ਉਸਾਰੂ ਸੋਚ ਵੱਲ ਗੁਰੂ ਜੀ ਦੇ ਗਿਆਨ ਦੁਆਰਾ ਮੋੜਨ ਦਾ ਯਤਨ ਕਰ, ਜਿਸ ਨੂੰ ਗੁਰਪ੍ਰਸਾਦ ਵਿਖਿਆ ਪਰ ਹਰੇ ਕਿਹਾ ਗਿਆ ਹੈ। ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਲੇ ਕੋ ਐਸਾ ਆਪਰਸ। ਮਨੁੱਖ ਬਾਹਰਲੀ ਸੋਚ ਤੇ ਜ਼ੋਰ ਦੇ ਰਿਹਾ ਹੈ, ਜਦ ਕਿ ਗੁਰਬਾਣੀ ਇਸ ਨੂੰ ਅੰਦਰੋਂ ਸੁੱਚਾ ਹੋਣ ਲਈ ਕਹਿ ਰਹੀ ਹੈ। ਵਿਸ਼ਨੂੰ ਦੀ ਪੂਜਾ ਕਰਨ ਵਾਲੇ ਨੂੰ ਆਮ ਕਰਕੇ ਵੈਸ਼ਨੂੰ ਕਿਹਾ ਜਾਂਦਾ ਹੈ। ਦਰਅਸਲ ਵਿਸ਼ਨੂੰ ਦਾ ਪੁਜਾਰੀ ਬਾਹਰਲੀ ਸੋਚ ਭਿੱਟ ਰੱਖ ਕੇ ਆਪਣੇ ਆਪ ਨੂੰ ਪਵਿੱਤਰ ਸਮਝ ਰਿਹਾ ਹੈ। ਵੈਸ਼ਨੂੰ ਭਗਤ ਇੱਕ ਹੋਰ ਰੋਗ ਵਿੱਚ ਗ੍ਰਸਤ ਹੈ ਕਿ ਇਹ ਕਰਮ ਕਰਨ ਨਾਲ ਸਾਨੂੰ ਇਸ ਫਲ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਇੱਕ ਐਸਾ ਮਾਨਸਿਕ ਰੋਗ ਹੈ ਜੋ ਸਾਰੀ ਉਮਰ ਇਸ ਦਾ ਖਹਿੜਾ ਨਹੀਂ ਛੱਡਦਾ। ਸੁਜਾਨ ਵੈਦ ਗੁਰੂ ਜੀ ਨੇ ਇਸ ਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਇਸ ਨੂੰ ਇੱਕ ਸੁਝਾਅ ਦਿੱਤਾ ਹੈ ਕਿ ਭਲੇ ਆਦਮੀ, ਅਸਲ ਵੈਸ਼ਨੂੰ ਪਵਿੱਤਰ ਉਹ ਹੈ ਜੋ ਧਰਮ ਅਨੁਸਾਰ ਆਪਣੇ ਫਰਜ਼ ਦੀ ਪਹਿਚਾਣ ਕਰਕੇ ਪਵਿੱਤਰ ਕਰਮ ਕਰਦਾ ਹੋਇਆ ਕਿਸੇ ਫਲ ਦੀ ਆਸ ਨਹੀਂ ਰੱਖਦਾ। ਦੂਸਰੇ ਬੰਦ ਵਿੱਚ ਬੜਾ ਕੀਮਤੀ ਖਿਆਲ ਹੈ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸ਼ਨੂੰ ਕਾ ਨਿਰਮਲ ਧਰਮ। ਧਰਮ ਦੀ ਦੁਨੀਆ ਵਿੱਚ ਅਸੀਂ ਬਹੁਤ ਸਾਰੇ ਵਹਿਮ ਵੀ ਪਾਲੇ ਹੋਏ ਹਨ ਕਿ ਜੇ ਇਹ ਵਹਿਮ ਹੀ ਸਾਡੇ ਮਾਨਸਿਕ ਰੋਗ ਹਨ ਤੇ ਇਹ ਵਹਿਮ ਹੀ ਸਾਡੇ ਮਾਨਸਿਕ ਰੋਗ ਹਨ। ਕਈ ਦਫਾ ਬੰਦਾ ਅਰਦਾਸ ਕਰਦਿਆਂ ਇਹ ਆਖਦਾ ਹੈ ਕਿ ਹੇ ਵਾਹਿਗੁਰੂ ਜੀ, ਮੇਰੀ ਮੰਗ ਹੁਣੇ ਹੀ ਪੂਰੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਤੂੰ ਮੰਗ ਦੀ ਥਾਂ ਤੇ ਆਪਣੇ ਮਨ ਵਿੱਚ
ਸ਼ੁਭ ਗੁਣਾਂ ਨੂੰ ਅਪਣਾ ਲੈ। ਬਿਨਾਂ ਭਿੰਨ ਭਾਵ ਦੇ ਸਾਰਿਆਂ ਵਿੱਚ ਉਸ ਪਰਮਾਤਮਾ ਨੂੰ ਦੇਖਣ ਦਾ ਯਤਨ ਕਰ। ਜ਼ਿੰਦਗੀ ਵਿੱਚ ਇਹ ਅਨੋਖੇ ਪਰਮਗਤ ਦੀ ਪ੍ਰਾਪਤੀ ਹੋ, ਜਿਹਾ ਕਿ ਵਾਕ ਹੈ, ਮਨ ਤਨ ਅੰਤਰ ਸਿਮਰਨ ਗੋਪਾਲ, ਅਤੇ ਨਾਨਕ ਉਹ ਬੈਸ ਨੂੰ ਪਰਮਗਤ ਪਾਵੈ। ਕੈਸੇ ਪਿਆਰੇ ਵਾਕ ਨੇ। ਰੋਗ ਅੰਦਰਲਾ, ਅਸੀਂ ਬਾਹਰਲੇ ਰੋਗ ਤੇ ਦੇ ਕੇ ਸਭਾ ਸੁਸਾਇਟੀਆਂ ਖੜੀਆਂ ਕਰਕੇ ਤੇ ਬਹੁਤ ਉਲਝਣਾਂ ਵਿੱਚ ਸੰਗਤ ਨੂੰ ਪਾਉਣ ਦਾ ਯਤਨ ਕਰ ਰਹੇ ਹਾਂ। ਇਸ ਪਵਿੱਤਰ ਅਸ਼ਟਪਦੀ ਦੇ ਤੀਸਰੇ ਬੰਦ ਵਿੱਚ ਮੰਦ ਕਰਮੀਆਂ ਦੀ ਸੰਗਤ ਛੱਡਣ ਦਾ ਸੰਕੇਤ ਆਉਂਦਾ ਹੈ। ਸਗਲ ਤਿਆਗੈ ਦੁਸ਼ਟ ਕਾ ਸੰਗ। ਸਿਆਣੇ ਕਹਿੰਦੇ ਨੇ, ਵਹਿਮ ਦਾ ਇਲਾਜ ਤਾਂ ਲੁਕਮਾਨ ਹਕੀਮ ਦੇ ਪਾਸ ਵੀ ਨਹੀਂ ਸੀ, ਤੇ ਵਹਿਮ ਦੀ ਜੜ ਕੈਂਸਰ ਦੇ ਰੋਗ ਵਾਂਗ ਵੱਧਦੀ ਹੀ ਜਾਂਦੀ ਹੈ। ਆਮ ਆਦਮੀ ਵਹਿਮੀ ਕਰਕੇ ਹੀ ਰੋਗੀ ਹੈ। ਗੁਰੂ ਜੀ ਆਖਦੇ ਹਨ ਕਿ ਵਹਿਮ ਅਥਵਾ ਭਰਮ ਦੂਰ ਹੋ ਜਾਂਦੇ ਨੇ ਜੇਕਰ ਗੁਰੂ ਦੀ ਸੰਗਤ ਕੀਤੀ ਜਾਏ। ਮਨ ਤੇ ਬਿਨਸੇ ਸਗਲਾ ਭਰਮ, ਤੇ ਭਰਮ ਵਹਿਮ ਮਨ ਵਿੱਚੋਂ ਮਿਟਦਿਆਂ ਭਗਤ ਜਨ ਦੀ ਮਤ ਉੱਚੀ ਹੁੰਦੀ ਹੈ। ਤਿਸ ਭਗਉਤੀ ਕੀ ਮਤ ਊਤਮ ਹੋਵੇ। ਆਪਣਾ ਮਨ ਤੇ ਤਨ ਪ੍ਰਭੂ ਪਿਆਰ ਤੋਂ ਵਾਰ ਦਿੰਦਾ ਹੈ। ਮਨ ਤਨ ਅਰਪੈ ਬਿਸਨ ਪ੍ਰੀ। ਮਨ ਤਨ ਅਰਪਣ ਦਾ ਭਾਵ ਆਪਣੇ ਆਪ ਨੂੰ ਨਿਯਮਬੱਧ ਕਰਨਾ ਹੈ। ਮਨ ਤਨ ਅਰਪੈ ਬਿਸਨ ਪ੍ਰੀਤ ਦਾ ਭਾਵ ਆਪਣੇ ਆਪ ਨੂੰ ਨਿਯਮਾਵਲੀ ਵਿੱਚ ਫਿੱਟ ਕਰਨਾ ਹੈ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਏ। ਹਰ ਕੇ ਚਰਨ ਹਿਰਦੈ ਵਸਾਵੈ। ਪ੍ਰਮਾਤਮਾ ਦੇ ਸਰੀਰਕ ਤਲ ਤੇ ਚਰਨ ਹੈ ਹੀ ਕੋਈ ਨਹੀਂ। ਇਸ ਲਈ ਪ੍ਰਭੂ ਦੇ ਗੁਣਾਂ ਅਥਵਾ ਉਸ ਦੀ ਨਿਯਮਾਵਲੀ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਹੈ। ਇਹੀ ਉਹਦੇ ਚਰਨ ਹਨ। ਇਸ ਬੰਦ ਵਿੱਚ ਭੈੜੀ ਦੋਸਤੀ ਤੇ ਵਹਿਮ ਭਰਮ ਦੇ ਰੋਗਾਂ ਤੋਂ ਖਲਾਸੀ ਪਾਉਣ ਨੂੰ ਕਿਹਾ ਗਿਆ ਜਾਪਦਾ ਹੈ। ਸੁਖਮਨੀ ਸਾਹਿਬ ਦੀ ਇਸ 9ਵੀਂ ਅਸ਼ਟਪਦੀ ਦੇ ਚੌਥੇ ਪਦ ਵਿੱਚ ਉਸ ਰੋਗੀ ਦਾ ਜ਼ਿਕਰ ਕੀਤਾ ਗਿਆ ਹੈ। ਉਸ ਰੋਗੀ ਦਾ ਜ਼ਿਕਰ ਕੀਤਾ ਹੈ ਜੋ ਆਪਣੇ ਆਪ ਨੂੰ ਧਰਮ ਦਾ ਸ਼ਾਸਤਰੀ ਅਖਵਾਉਂਦਾ ਹੈ। ਐ ਧਾਰਮਿਕ ਸਿੱਖਿਆ ਦਾਤਾ, ਤੂੰ ਆਪਣੇ ਮਨ ਦੇ ਰੋਗ ਦਾ ਇਲਾਜ ਕਰ। ਪਹਿਲਾਂ ਇਸ ਮਨ ਨੂੰ ਪ੍ਰਬੋਧ। ਧਰਮੀ ਪ੍ਰਚਾਰਕ ਜੀਓ, ਤੁਸੀਂ ਆਪਣੇ ਮਨ ਦੀ ਸੁੱਚ ਪਿੱਠ ਨੂੰ ਦੂਰ ਕਰਦਿਆਂ ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਕਰੋ, ਤਾਂ ਜੋ ਤੁਸੀਂ ਧਰਮੀ ਪੰਡਤ ਅਥਵਾ ਪ੍ਰਚਾਰਕ ਬਣ ਸਕੋ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਗੱਲ ਫਿਰ ਮੁੜ ਕੇ ਹਿਰਦੇ ਦੀ ਆਉਂਦੀ ਹੈ। ਪਰ ਸਾਡਾ ਦੁਖਾਂਤ ਹੈ, ਅਸੀਂ ਸਰੀਰ ਦੇ ਰੋਗ ਦੀ ਗੱਲ ਕਰ ਰਹੇ ਹੁੰਦੇ ਹਾਂ। ਹਰ ਕੀ ਕਥਾ ਹਿਰਦੈ ਵਸਾਵੇ ਦਾ ਅਭਿਆਸ ਕੀਤਿਆਂ ਹੰਕਾਰ ਤਥਾ ਆਤਮਿਕ ਮੌਤ ਦੀਆਂ ਜੂਨਾਂ ਵਿੱਚ ਨਹੀਂ ਆਉਂਦਾ। ਫਿਰ ਦੁਹਰਾ ਦਿਆਂ, ਹਰ ਕੀ ਕਥਾ ਹਿਰਦੈ ਵਸਾਵੇ ਦਾ ਅਭਿਆਸ ਕੀਤਿਆਂ ਹੰਕਾਰ ਤਥਾ ਆਤਮਿਕ ਮੌਤ ਦੀਆਂ ਜੂਨਾਂ ਵਿੱਚ ਮਨੁੱਖ ਨਹੀਂ ਆਉਂਦਾ। ਸੋ ਪੰਡਤ ਫਿਰ ਜੂਨ ਨਾ ਆਵੇ। ਆਪਣੇ ਮੁਲਕ ਵਿੱਚ ਤਾਂ ਬਹੁਤ ਸਾਰੇ ਭ੍ਰਿੰਗੀ ਗੁਰੂ ਬਣੀ ਬੈਠੇ ਹਨ ਜੋ ਸਿਰਫ ਉੱਚ ਜਾਤੀਆਂ ਨੂੰ ਹੀ ਉਪਦੇਸ਼ ਦਿੰਦੇ ਹਨ। ਦੇਖੋ, ਧਾਰਮਿਕ ਪ੍ਰਚਾਰਕਾਂ ਨੂੰ ਕਿੱਡਾ ਵੱਡਾ ਰੋਗ ਚਿੰਬੜਿਆ ਹੋਇਆ ਹੈ ਕਿ ਗੁਰੂ ਸਾਹਿਬ ਜੀ ਨੇ ਇਸ ਰੋਗ ਤੋਂ ਮੁਕਤੀ ਦਿਵਾਉਂਦਿਆਂ ਹੋਇਆਂ ਬੜਾ ਪਿਆਰਾ ਫਾਰਮੂਲਾ ਇਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਹੇ ਪੰਡਤ, ਗਿਆਨੀ, ਗ੍ਰੰਥੀ, ਮੁੱਲਾਂ, ਗੱਲ ਕੀ ਹਰੇਕ ਧਰਮ ਦੇ ਪਿਆਰਿਓ, ਹਰੇਕ ਧਰਮ ਦੇ ਆਗੂਓ, ਹਰੇਕ ਧਰਮ ਦੇ ਰਹਿਨੁਮਾਓ, ਆਪੋ ਆਪਣੀ ਕੌਮ ਨੂੰ ਧਰਮ ਦੀ ਸੇਧ ਦੇਣ ਵਾਲਿਓ, ਸਾਰੀ ਮਨੁੱਖਤਾ ਨੂੰ ਰੱਬ ਦਾ ਰੂਪ ਜਾਣਦਿਆਂ ਹੋਇਆਂ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਦਾ ਸਾਂਝਾ ਉਪਦੇਸ਼ ਕਿਉਂ ਨਹੀਂ ਤੁਸੀਂ ਦੇ ਰਹੇ? ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਹਾਂ, ਜਿਹੜਾ ਇਸ ਸਾਂਝੀਆਂ ਰੱਬੀ ਕੀਮਤਾਂ ਕਦਰਾਂ ਨੂੰ
ਬਰਕਰਾਰ ਰੱਖ ਰਿਹਾ ਹੈ। ਮੈਂ ਉਸ ਨੂੰ ਨਮਸਕਾਰ ਕਰਦਾ ਹਾਂ, ਭਾਵ ਆਦਰ ਕਰਦਾ ਹਾਂ। ਪੰਜਵੇਂ ਬੰਦ ਵਿੱਚ 4 ਕਿਸਮ ਦੇ ਹੋਰ ਰੋਗੀ ਸਾਡੇ ਸਾਹਮਣੇ ਰੱਖੇ ਗਏ ਹਨ। ਕਰ ਕਿਰਪਾ ਅੰਤਰ ਉਰਤਾਰੇ, ਪਸ਼ ਪ੍ਰੇਤ ਮੁਗਧ ਪਾਥਰ ਕੋ ਤਾਰੇ। ਫਿਰ ਦੁਹਰਾ ਲਿਆ। ਇਸ ਅਸ਼ਟਪਦੀ ਦੇ ਪੰਜਵੇਂ ਬੰਦ ਵਿੱਚ ਸਾਡੇ ਸਾਹਮਣੇ ਕਿੰਨੀ ਪ੍ਰਕਾਰ ਦੇ ਰੋਗੀ ਰੱਖੇ ਨੇ। ਕਰ ਕਿਰਪਾ ਅੰਤਰ ਉਰਤਾਰੇ, ਪਸ਼ ਪ੍ਰੇਤ ਮੁਗਧ ਪਾਥਰ ਕੋ ਤਾਰੇ। ਅੱਜ ਤੀ ਕਿਸੇ ਨੇ ਪੱਥਰ ਤਾਰਦਾ ਨਹੀਂ ਦੇਖਿਆ, ਪ੍ਰੇਤ ਦੀ ਸ਼ਕਲ ਕਿਸੇ ਨੇ ਦੇਖੀ ਕੋਈ ਨਹੀਂ। ਮੰਨ ਲਓ ਜੇ ਪ੍ਰੇਤ ਦਿਖਾਈ ਦੇ ਦੇਵੇ ਤਾਂ ਮਨੁੱਖ ਦਾ ਕਈ ਦਿਨ ਬੁਖਾਰ ਹੀ ਨਹੀਂ ਉਤਰਨਾ, ਕਿਉਂਕਿ ਆਮ ਕਰਕੇ ਜੀ ਮੈਨੂੰ ਭੂਤ ਚੰਬੜਿਆ ਹੈ ਜਾਂ ਇਹਨੂੰ ਭੂਤ ਚੰਬੜਿਆ ਹੈ, ਬਿਮਾਰ ਪਿਆ ਹੈ। ਤੇ ਫਿਰ ਪ੍ਰੇਤ ਮਨੁੱਖ ਦੇ ਮਨ ਅੰਦਰ ਬੈਠਾ ਹੋਇਆ ਹੈ। ਪੱਥਰ ਬਿਰਤੀ ਮਨੁੱਖ ਦੇ ਅੰਦਰ ਬੈਠੀ ਹੈ, ਜਿਸ ਨੂੰ ਜਿਨ ਕੇ ਚਿੱਤ ਕਠੋਰ ਹੈ, ਜਾਂ ਪੋਖ ਤੁਖਾਰ ਨਾ ਵਿਆਪਈ, ਜਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਇਹ ਸਾਰੀਆਂ ਅੰਦਰਲੀਆਂ ਬਿਰਤੀਆਂ ਦੀ ਬਾਤ ਹੈ। ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੇ। ਤੋ ਪੱਥਰ ਕਦੀ ਕਿਸੇ ਤਰਦਾ ਦੇਖਿਆ ਨਹੀਂ, ਭੂਤ ਦੀ ਸ਼ਕਲ ਕਿਸੇ ਵੇਖੀ ਕੋਈ ਨਹੀਂ। ਮੰਨ ਲਓ ਜੇ ਬੰਦੇ ਨੂੰ ਭੂਤ ਦਿਖਾਈ ਵੀ ਦਿੰਦਾ ਹੈ, ਕਈ ਦਿਨਾਂ ਤੱਕ ਇਹਦਾ ਬੁਖਾਰ ਨਹੀਂ ਉਤਰਨਾ। ਪਸ਼ੂਆਂ ਤੋਂ ਮਨੁੱਖ ਬਣਿਆ ਕੋਈ ਨਹੀਂ। ਅੰਦਰਲੀ ਪਸ਼ੂ ਬਿਰਤੀ ਦੀ ਗੱਲ ਕੀਤੀ ਹੈ। ਇਹਨਾਂ ਦੇ ਭਾਵ ਅਰਥ ਲਿਆ ਗੱਲ ਸਮਝ ਵਿੱਚ ਆ ਸਕਦੀ ਹੈ। ਪਸ਼ੂ ਨੂੰ ਮਾੜੀ ਜਿਹੀ ਖੁੱਲ ਮਿਲ ਜਾਏ, ਉਹ ਉਸੇ ਵੇਲੇ ਹੀ ਆਪਣਿਆਂ ਤੇ ਕੀ ਬਗਾਨਿਆਂ ਦੀਆਂ ਫਸਲਾਂ ਦੀ ਤਬਾਹੀ ਮਚਾਏਗਾ। ਪਸ਼ੂ ਬਿਰਤੀ ਵਾਲਾ ਮਨੁੱਖ ਵੀ ਬਿਨਾਂ ਸੋਚਣ ਦੇ ਨੁਕਸਾਨ ਕਰੇਗਾ। ਪੱਥਰ ਅਬੋਧ ਹੋਣ ਕਰਕੇ ਆਰਾਮ ਨਾਲ ਘੂਕ ਸੁੱਤਾ ਪਿਆ ਹੈ। ਬਨਸਪਤੀ ਦਾ ਇੱਕ ਹਿੱਸਾ ਜਾਗਦਾ ਹੈ, 3 ਹਿੱਸੇ ਇਸ ਦੇ ਸੁੱਤੇ ਹੋਏ ਹਨ। ਪਸ਼ੂ ਦੇ 2 ਹਿੱਸੇ ਜਾਗਦੇ ਹਨ, 2 ਹਿੱਸੇ ਸੁੱਤਾ ਹੋਇਆ ਹੈ। ਮਨੁੱਖ ਭਾਊਜੀ ਦੇ 3 ਹਿੱਸੇ ਜਾਗੇ ਨੇ, 1 ਹਿੱਸਾ ਇਹਦਾ ਵੀ ਸੁੱਤਾ ਹੋਇਆ ਹੈ। ਜੇ ਮਨੁੱਖ ਭਾਜੀ ਜਾਂ ਮਾਝੇ ਬੋਲੀ ਵਿੱਚ ਭਾਊਜੀ ਦਾ ਸੁੱਤਾ ਹੋਇਆ ਹਿੱਸਾ ਜਾਗ ਪਏ ਤਾਂ ਇਹ ਦੇਵਤਾ ਸਵਰੂਪ ਦੇਵੀ ਗੁਣਾਂ ਵਾਲਾ ਖਾਲਸਾ ਬਣ ਸਕਦਾ ਹੈ। ਜੇਕਰ ਇਸ ਦਾ ਇੱਕ ਹਿੱਸਾ ਹੋਰ ਸੌਂ ਜਾਏ ਤਾਂ ਇਹ ਪਸ਼ੂ ਬਿਰਤੀ ਵਿੱਚ ਵਿਚਰੇਗਾ। ਰੱਬ ਨਾ ਕਰੇ ਜਿਸ ਦੇ 3 ਹਿੱਸੇ ਸੌਂ ਜਾਣ, ਇਹ ਭਾਊ ਜੀ ਸਮਝੋ ਰੁੱਖਾਂ ਵਾਂਗ ਇੱਕ ਥਾਂ ਤੇ ਖੜਾ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜੇ ਇਹ ਸਾਰਾ ਹੀ ਸੌਂ ਜਾਏ, ਪੱਥਰ ਤੋਂ ਵੱਧ ਕੁਝ ਵੀ ਨਹੀਂ। ਗੁਰੂ ਜੀ ਕਹਿ ਰਹੇ ਹਨ, ਕਰ ਕਿਰਪਾ ਅੰਤਰ ਉਰਤਾਰੈ। ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਰੱਖ ਕੇ ਇੰਜ ਕਰਨ ਨਾਲ ਤੇਰੇ ਘਟੋ ਘਟ 4 ਰੋਗ ਤਾਂ ਦੂਰ ਹੋਣਗੇ। ਪਸ਼ੂ ਬਿਰਤੀ ਦਾ ਰੋਗ, ਚੰਦਰੀ ਰੂਹ ਪ੍ਰੇਤ ਦਾ ਰੋਗ, ਮਨ ਦੇ ਮੂਰਖਪੁਣੇ ਦਾ ਰੋਗ, ਪੱਥਰ ਬਿਰਤੀ ਦਾ ਰੋਗ ਹੰਕਾਰ, ਇਹਨਾਂ ਸਾਰੀਆਂ ਆਤਮਿਕ ਕਮਜ਼ੋਰੀਆਂ ਭਾਵ ਅੰਦਰਲੇ ਰੋਗਾਂ ਤੋਂ ਖਹਿੜਾ ਛੁੱਟ ਸਕਦਾ ਹੈ ਤੇ ਅਸੀਂ ਸੰਸਾਰ ਵਿੱਚੋਂ ਤਰ ਸਕਦੇ ਹਾਂ। ਗੁਰੂ ਸਾਹਿਬ ਜੀ ਨੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਸਮਾਧਾਨ ਰੱਬੀ ਗਿਆਨ, ਬੀਜ ਮੰਤਰ, ਸਭ ਕੋ ਗਿਆਨ ਦੱਸਿਆ ਹੈ। ਜਿਹੜਾ ਵੀ ਇਸ ਅਭਿਆਸ ਵਿੱਚ ਪੈ ਗਿਆ, ਉਸ ਦੀ ਹੀ ਗਤ ਭਾਵ ਹਾਲਤ ਬਦਲ ਜਾਏਗੀ। ਜੋ ਜੋ ਜਪੇ ਗਿਆਨ ਦਾ ਅਭਿਆਸ ਕਰਨਾ, ਉਸ ਨੂੰ ਸਮਝਣਾ, ਇਸ ਕੀ ਗਤ ਹੋਏ ਆਤਮਿਕ ਸਥਿਤੀ ਦਾ ਸੁਧਾਰ ਤੇ ਆਤਮਿਕ ਰੋਗਾਂ ਦਾ ਦੂਰ ਹੋਣਾ ਹੈ। ਰੋਗਾਂ ਤੋਂ ਮੁਕਤ ਹੋਣ ਲਈ ਉਦਮ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਸੰਗਤ ਦਾ ਵਿਧੀ ਵਿਧਾਨ ਦਿੱਤਾ ਗਿਆ ਹੈ, ਜਿਹਾ ਕਿ ਇਸੇ ਹੀ ਬੰਦ ਵਿੱਚ ਆਇਆ ਹੈ। ਸਾਧ ਸੰਗ ਪਾਵੈ ਜਨ ਕੋਏ, ਵਿੱਚੋਂ ਪਾਵੇ ਜਨ ਕੋਏ ਉਦਮੀ ਹੋਣ ਦਾ ਦਮ ਭਰਦਾ ਹੈ। ਮਨੁੱਖੀ ਸੁਭਾਅ ਵਿੱਚ ਵੱਖ-ਵੱਖ ਨੀਵੀਆਂ ਪ੍ਰਵਿਰਤੀਆਂ ਦਾ ਆ ਜਾਣਾ ਮਨ ਦੀ ਕਮਜ਼ੋਰੀ ਦੇ ਰੋਗ ਹਨ। ਮੈਂ ਇਸ ਲਾਈਨ ਨੂੰ ਫਿਰ ਦੁਹਰਾ ਦਿਆਂ। ਮਨੁੱਖੀ ਸੁਭਾਅ ਵਿੱਚ ਵੱਖ-ਵੱਖ ਨੀਵੀਆਂ ਪ੍ਰਵਿਰਤੀਆਂ ਦਾ ਆ ਜਾਣਾ ਮਨ ਦੀ ਕਮਜ਼ੋਰੀ ਦੇ ਰੋਗ ਹਨ। ਇਹਨਾਂ ਰੋਗਾਂ ਦਾ ਇਲਾਜ ਵੀ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਨੇ।
सर्व रोग का औषध नाम, कल्याण रूप मंगल गुण गाम। प्रभु ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ। ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹਨ। ਪਰਮਾਤਮਾ ਦੇ ਨਾਮ ਦਾ ਅਰਥ ਹੈ ਉਸ ਦੇ ਸਦੀਵ ਕਾਲ ਗੁਣਾਂ ਦਾ ਧਾਰਨੀ ਹੋਣਾ, ਤੇ ਇਹਨਾਂ ਦੇ ਭਾਵ ਅਰਥ ਲੈ ਕੇ ਹੀ ਅਸੀਂ ਨਾਮ ਦੀ ਦਵਾਈ ਨੂੰ ਸਮਝ ਸਕਦੇ ਹਾਂ। ਸ਼ਬਦ ਆਉਂਦਾ ਹੈ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹ 762 ਪੰਨਾ। ਗੁਣ ਗਾਵਾਂ ਦਿਨ ਰਹਿਣ, ਇਹ ਤੇ ਕੰਮ ਲਾਏ 961 ਪੰਨਾ। ਗੁਣ ਗੋਪਾਲ ਦਿਨ ਰਹਿਣ ਧਿਆਇਆ 1150 ਪੰਨਾ। 24 ਘੰਟੇ ਕੋਈ ਵੀ ਮਨੁੱਖ ਗਾ ਨਹੀਂ ਸਕਦਾ। ਰੋਟੀ ਖਾਣੀ, ਨੌਕਰੀ ਕਰਨੀ, ਸੌਣਾ, ਘਰ ਦੇ ਕਈ ਪ੍ਰਕਾਰ ਦੇ ਹੋਰ ਕੰਮ ਕਰਨੇ। ਕੀ ਮਨੁੱਖ ਆਪਣੇ ਗਲ ਵਿੱਚ ਢੋਲਕੀ ਪਾ ਕੇ ਜਾਂ ਹੱਥ ਵਿੱਚ ਖੜਤਾਲਾਂ ਪਕੜ ਕੇ ਸਾਰਾ ਦਿਨ ਗਾਉਂਦਾ ਹੀ ਰਹੇ? ਇੰਜ ਨਹੀਂ ਹੋ ਸਕਦਾ, ਕਿਉਂਕਿ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕਿਰਤ, ਨਾਮ ਤੇ ਫਿਰ ਵੰਡ ਕੇ ਛਕਣ ਦਾ ਫਾਰਮੂਲਾ ਦਿੱਤਾ ਹੈ। ਹੁਣ ਕਿਰਤ ਦਾ ਰਿਸ਼ਤਾ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਤੇ ਨਾਮ ਜਪਣ ਵਿੱਚੋਂ ਧਰਮ ਦਾ ਫੁੱਲ ਖਿੜਦਾ ਦਿਖਾਈ ਦਿੰਦਾ ਹੈ। ਨਾਮ ਜਪਣ ਵਿੱਚੋਂ ਧਰਮ ਦਾ ਫੁੱਲ ਖਿੜਦਾ ਦਿਖਾਈ ਦਿੰਦਾ ਹੈ। ਵੰਡ ਕੇ ਛਕਣਾ ਸਮਾਜਿਕ ਬਰਾਬਰੀ ਦਾ ਸੰਘਣਾ ਬੱਦਲ ਹੈ, ਜਿਸ ਨੇ ਬਰਸ ਕੇ ਸਾਰਿਆਂ ਨੂੰ ਜਲਥਲ ਕਰਨਾ ਹੈ। ਸਰਬ ਰੋਗ ਕਾ ਔਖਦ ਨਾਮ, ਸਾਡੀਆਂ ਮਾਨਸਿਕ ਬਿਮਾਰੀਆਂ ਦਾ ਸਮਾਧਾਨ ਹੈ, ਜੋ ਰੱਬ ਜੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਦੂਰ ਕਰਨੀਆਂ ਹਨ। ਕਲਿਆਣ ਰੂਪ ਮੰਗਲ ਗੁਣ ਗਾਮ। ਗੁਰੂ ਜੀ ਤਾਂ ਦੱਸ ਰਹੇ ਹਨ ਕਿ ਇਹ ਭਲੇ ਮਨੁੱਖ, ਸੱਚ ਤਾਂ ਇਹ ਹੈ ਕਿ ਕਰਤੂਤ ਪਸ਼ੂ ਕੀ ਮਨ ਜਾਤ, ਪਸ਼ੂ ਬਿਰਤੀ ਦਾ ਰੋਗ ਤੇਰੇ ਮਨ ਵਿੱਚ ਹੈ, ਪਰ ਦੇਖਣ ਨੂੰ ਤੂੰ ਮਨੁੱਖ ਲੱਗਦਾ ਏ। ਮਾਨਸਿਕ ਬਿਮਾਰੀਆਂ ਦਾ ਇਲਾਜ ਕਰਦਿਆਂ ਗੁਰੂ ਸਾਹਿਬ ਜੀ ਨੇ ਰੱਬ ਦੇ ਗੁਣਾਂ ਦਾ ਹਰ ਵੇਲੇ ਅਭਿਆਸ ਕਰਦੇ ਰਹਿਣਾ ਦੱਸਿਆ ਹੈ, ਤੇ ਇਸੇ ਨੂੰ ਹੀ ਉਹਦਾ ਨਾਮ ਜਪਣਾ ਆਖਿਆ ਹੈ। ਹੋਰ ਰਸਮਾਂ ਰਿਵਾਜ਼ਾਂ ਨਾਲ, ਜਿਵੇਂ ਠੰਡੇ ਪਾਣੀ ਵਿੱਚ ਖਲੋ ਕੇ ਬੰਦਗੀ ਕਰਨੀ, ਧੂਣੀਆਂ ਤਪਾ ਸਰੀਰ ਨੂੰ ਕਸ਼ਟ ਦੇਣੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਸਾਰੀ ਰਾਤ ਜਾਗਦੇ ਰਹਿਣ ਨਾਲ ਧਰਮ ਦੀ ਪ੍ਰਾਪਤੀ ਨਹੀਂ ਕਹੀ ਜਾ ਸਕਦੀ। ਕਾਹੂ ਜੋਤ ਕਿਤੇ ਨਾ ਪਾਈਐ ਧਰਮ, ਮਨ ਦੀਆਂ ਬਿਮਾਰੀਆਂ ਦੂਰ ਕਰਨ ਦੀ ਜਿਸ ਦਿਨ ਤੋਂ ਸਮਝ ਆ ਗਈ, ਉਸ ਨੂੰ ਧੁਰ ਮੁੱਢ ਕਿਹਾ ਗਿਆ ਹੈ। ਇੱਕ ਮਨੁੱਖ ਨੂੰ ਚੋਰੀ ਕਰਨ ਦੀ ਆਦਤ ਜਾਂ ਸ਼ਰਾਬ ਪੀਣ ਦੀ ਭੈੜੀ ਵਾਦੀ ਪਈ ਹੋਈ ਹੈ, ਪਰ ਅੱਜ ਉਸ ਨੂੰ ਗੁਰੂ ਦੀ ਮੱਤ ਦੁਆਰਾ ਸਮਝ ਆ ਗਈ ਕਿ ਮੈਂ ਸਮਾਜ, ਪਰਿਵਾਰ ਤੇ ਆਪਣੇ ਆਪ ਉਤੇ ਬੋਝ ਹਾਂ। ਉਹ ਇਹਨਾਂ ਭੈੜੀਆਂ ਬਿਮਾਰੀਆਂ ਤੋਂ ਮੁਕਤੀ ਹਾਸਲ ਕਰਨ ਦੇ ਯਤਨ ਵਿੱਚ ਰਹੇਗਾ। ਜਦੋਂ ਆਪਣੇ ਆਪ ਨੂੰ ਇਸ ਅਭਿਆਸ ਵਿੱਚ ਪਾ ਕੇ ਅਭਿਆਸੀ ਬਣ ਗਿਆ, ਤਾਂ ਇਸ ਦੀ ਮੁੱਢਲੀ ਤਬਦੀਲੀ ਨੂੰ ਆਰੰਭਤਾ ਜਾਂ ਧੁਰ ਕਰਮ ਦਾ ਨਾਂ ਦਿੱਤਾ ਹੈ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਕਿਉਂਕਿ ਬੁਰਾ ਤੇ ਭਲਾ ਦੋਵੇਂ ਬੀਜ ਸਾਡੇ ਮਨ ਦੇ ਵਿੱਚ ਹੀ ਪਏ ਹੋਏ ਹਨ। ਜਿਹੜੀ ਸੰਗਤ ਮਿਲ ਗਈ, ਉਸੇ ਬੀਜ ਨੇ ਹੀ ਪੁੰਗਰ ਪੈਣਾ ਹੈ ਤੇ ਉਹੀ ਦਰਖਤ ਵੱਡਾ ਹੋ ਜਾਣਾ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਇੱਕ ਆਦਮੀ ਤਾਸ਼ ਖੇਡ ਰਿਹਾ ਹੈ, ਉਸ ਨੂੰ ਕਿਹਾ ਜਾਏ, ਭਾਈ ਸਮਾਜ ਦੀ ਸੇਵਾ ਵੀ ਕਰ ਲਿਆ ਕਰ, ਤੇ ਉਹ ਅੱਗੋਂ ਘੜਿਆ ਕੜਾਇਆ ਉੱਤਰ ਦਿੰਦਾ ਹੈ, ਮੇਰੇ ਭਾਗਾਂ ਵਿੱਚ ਸੇਵਾ ਨਹੀਂ ਲਿਖੀ। ਕੀ ਉਸ ਭੱਦਰ ਪੁਰਸ਼ ਨੂੰ ਪੁੱਛਿਆ ਜਾ ਸਕਦਾ ਹੈ ਕਿ ਤੇਰੇ ਭਾਗਾਂ ਵਿੱਚ ਤਾਸ਼ ਖੇਡਣੀ ਲਿਖੀ ਹੋਈ ਹੈ? ਦਰਅਸਲ ਮਨੁੱਖ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੈ। ਇਸ ਲਈ ਸਾਰਾ ਕੁਝ ਰੱਬ ਤੇ ਸੁੱਟ ਆਪ ਸੁਰਖਰੂ ਹੋਣਾ ਚਾਹੁੰਦਾ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣ ਵਾਲੇ ਨੂੰ ਰਾਮ ਜੀ ਦਾ ਦਾਸ ਦੱਸਿਆ ਹੈ, ਜਿਹਾ ਪੰਜਵੇਂ ਬੰਦ ਵਿੱਚ ਆਇਆ ਹੈ।
जिसके मन पार ब्रह्म का निवास, तिसका नाम सतराम दास। जिसका मन पार ब्रह्म का निवास, तिसका नाम सतराम दास। दरगाह समाजिक भाईचारे विच उस नूं प्रवानगी मिलदी है। भाव दरगाह विच, दरगाह किथे है? ऐ समाज, ऐ भाईचारा, ऐ धरती, क्योंकि परमात्मा जरे जरे अंदर व्यापक है, इसलिए यही उसकी दरगाह है। राम जी नूं हर वेले अपने आले दुआले वेखदा है। आत्म राम तिस नजरी आया अते सो दास दरगाह प्रवान वाली पदवी ते पहुंचदा है। परिवारक जिम्मेवारियां निभाउंदा होया भी संसार विच निरलेप रहिंदा है ते अजिही सूझ आउण वाले नूं जिंदगी दीआं कदरां कीमतां दी जाच आ जांदी है। तेस दास को सब सोझी पर है। आत्मक रोगां तो छुटकारा पाउण वाले नूं क्या है? ऐसी जुगत नानक रामदास। हे नानक, इहो जे जीवन जुगती आउण नाल ਉਹ असली राम दा दास बन जांदा है। हाथी, मच्छी, भौरा, हिरन ते पतंगा एक रोग दे मरीज होण करके विचारे अपनी जान गवा लैंदे हन। जिहा कि वाक है, मृग, मीन, पिरंग, पतंग, कुंचर, एक दोख विनाश। पर देखो इस खुदावंद करीम दे बेटे नूं ਇਹ ਪੰਜੇ ਹੀ ਆਸਾਦ ਰੋਗ ਇਸ ਨੂੰ ਚਿੰਬੜੇ ਹੋਏ ਹਨ। ਕੀ ਇਸ ਦੇ ਬਚਨ ਦੀ ਕੋਈ ਆਸ ਹੋ ਸਕਦੀ ਹੈ? ਪੰਜ ਦੋਖ ਆਸਾਦ ਮੈਂ ਤਾਂ ਕਿ ਕੇਤਕ ਆਸ। ਆਤਮਿਕ ਬਿਮਾਰੀਆਂ ਨਾਲ ਇਸ ਦੀ ਖਸਤਾ ਹੋਈ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਇੱਕ ਹੋਰ ਵਾਕ ਰਾਹੀਂ ਇਸ ਦੀ ਅਸਲੀ ਤਸਵੀਰ ਇਸ ਦੇ ਸਾਹਮਣੇ ਰੱਖ ਰਹੇ ਹਨ ਤੇ ਕਿਹਾ ਹੈ ਕਿ हे परमात्मा, इस विचारे दियां ये बीमारियां दूर कर दियो। पंच दोख और अहम ये तांते सगल दूर कीन। संसारक शरीरक रोगी दा इलाज करदियां डॉक्टर लोग जिथे दवाई देंदे हन उथे कुछ परहेज भी दसदे हन। इन्हां दोनां विधियां दा प्रयोग करदियां मरीज दिन ब दिन ठीक होना शुरू हो जाता है। गुरु साहब जी ने सारे रोगां तो छुटकारा दिवाउंदियां होइयां दवाई ते परहेज भी दसे हन, जो गुरबाणी लोह विच तुरदियां रब्बी गुणां नूं धारण करदे हन। जिसने भी इस इलाज नूं मनो स्वीकार कीता है, उसने ही आरोगता दीआं बुलंदियां नूं छुआ है। अजिहे मानसिक रोग ते तंदुरुस्त होए मनुख ने जिंदगी दे महत्व नूं समझिया ते विकारां वल्लों मुक्ति प्राप्त कीती। ऐसी आदर्शक जिंदगी जीउण वाले नूं अपने इस जीवन दे विच ही परम पद दी प्राप्ति हुंदी है, जो सतवें बंद विच विस्तार सहित आई है। प्रभु की आज्ञा आत्म हितावै, जीवन मुक्त सो कहावै। तैसा हरख तैसा उस सोग, सदा आनंद तै नहीं वियोग। तैसा सुवर्ण तैसी सुमाटी, तैसा अमृत तैसे बेखाटी। तैसा मान तैसा अभिमान, तैसा रंक तैसा राजान। जो वर्ताए साई जुगत, नानक ओ पुर कहिए जीवन मुक्त। फिर दोहरा ऐसी आदर्शक जिंदगी जीवन वाले नूं अपने इस जीवन दे विच ही परम पद की प्राप्ति हुंदी है। इस अष्टपदी जो सर्वरोग का औखद नाम दी जिसदी विचार कर रहे हैं, गुरु साहब जी सानू की मैसेज, की स्नेहा, की उपदेश, की ज्ञान की जुगती समझा रहे हैं। पर असीं ये समझ रहे हैं कि शायद अल्लाह अल्लाह कीतियां साडे गिट्टे दुखने हट जाणगे, गोडे दुखने हट जाणगे। असीं इस तल दे उत्ते बैठे हां, पर गुरु साहब जी सानू जीवन विच विकारां वल्लों मुक्त कराउण दा उपराला कर रहे हैं। प्रभु की आज्ञा आत्म हितावै, जीवन मुक्त सो कहावै।
तैसा हरख तैसा सोग, सदा आनंद तै नहीं वियोग। तैसा स्वर्ण तैसी समाटी, तैसा अमृत तैसी बेखाटी। तैसा मान तैसा अभिमान, तैसा रंक तैसा राजान। जो वरताए साई जुगत, नानक ओह पुरख कहिए जीवन मुक्त। ਸਰੀਰਕ ਰੋਗਾਂ ਦੀ ਕਹਾਣੀ ਨਹੀਂ ਹੈ, ਇੱਥੇ ਤਾਂ ਆਤਮਿਕ ਤਲ ਤੇ ਬਿਮਾਰ ਪਏ ਮਨੁੱਖ ਦਾ ਗੁਰੂ ਸਾਹਿਬ ਜੀ ਇਲਾਜ ਕਰ ਰਹੇ ਹਨ। ਜੋ ਇਸ ਜੀਵਨ ਦੇ ਵਿੱਚ ਹੀ ਮੁਕਤੀ ਹਾਸਲ ਕਰਨੀ ਹੈ, ਪਰਮਾਤਮਾ ਦੀ ਆਗਿਆ ਨੂੰ ਮਿੱਠਾ ਕਰਕੇ ਮੰਨਣਾ, ਭਾਵ ਗੁਰਬਾਣੀ ਦੇ ਦੱਸੇ ਰਾਹ ਤੇ ਤੁਰਨਾ, ਖੁਸ਼ੀ ਗਮੀ ਨੂੰ ਇਕਸਾਰਤਾ ਨਾਲ ਲੈਣਾ, ਸੋਨੇ ਮਿੱਟੀ ਨੂੰ ਬਰਾਬਰ ਹੀ ਜਾਣਨਾ, ਸੋਨਾ ਲਾਲਚ ਤੋਂ ਉੱਪਰ ਉੱਠ ਜਾਣਾ, ਮਿੱਠੇ ਕੌੜੇ ਦੇ ਚਸਕਿਆਂ ਦਾ ਤਿਆਗ ਕਰ ਦੇਣਾ। ਕੋਈ ਆਦਰ ਦੇ ਰਿਹਾ ਜਾਂ ਫੋਕੀ ਫੂਕ ਅਭਿਮਾਨ ਛਕਾ ਰਿਹਾ ਹੈ, ਇਸ ਤੋਂ ਦੂਰ ਰਹਿਣਾ। ਅਮੀਰ ਗਰੀਬ ਦਾ ਫਰਕ ਨਾ ਸਮਝਣਾ। ਜੇ ਪ੍ਰਭੂ ਰਜ਼ਾ ਵਰਤਾਉਂਦਾ ਹੈ, ਉਸ ਨੂੰ ਹੀ ਜ਼ਿੰਦਗੀ ਦਾ ਗਾਡੀਰਾ ਸਮਝਣਾ। हे ਨਾਨਕ, ਉਹ ਮਨੁੱਖ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। ਸਾਰੇ ਸਰੀਰ ਉਸ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਉਸ ਦੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਜਿਸ ਤਰ੍ਹਾਂ ਸੋਨਾ ਤੇ ਗਹਿਣੇ, ਪਾਣੀ, ਉਸ ਦੀਆਂ ਲਹਿਰਾਂ ਵੱਖ-ਵੱਖ ਰੂਪ ਨਹੀਂ ਹਨ, ਇਸੇ ਤਰ੍ਹਾਂ ਹੀ ਸਾਰਾ ਸੰਸਾਰ ਤੇ ਪਰਮਾਤਮਾ ਦੋ ਵੱਖੋ ਵੱਖਰੇ ਰੂਪ ਨਹੀਂ ਹਨ। ਇਹ ਸਾਰਾ ਉਸੇ ਦਾ ਹੀ ਪਸਰਿਆ ਹੋਇਆ ਪਸਾਰਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਪਰਮਾਤਮਾ ਦਾ ਹੁਕਮ ਨਾ ਕਦੇ ਮੁੱਕਦਾ ਹੈ, ਮਰਦਾ ਹੈ, ਨਾ ਹੀ ਜੂਨਾਂ ਵਿੱਚ ਆਉਂਦਾ ਹੈ। ਜੀਵਾਂ ਤੇ ਦਇਆ ਕਰਨ ਵਾਲੇ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। ਸਦਾ ਸਦਾ ਦਇਆਲ, ਸਿਮਰ 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 ਨਾਨਕ ਭਏ ਨਿਹਾਲ। ਸੋ ਸੁਖਮਨੀ ਸਾਹਿਬ ਦੀ ਬਾਣੀ ਦਾ ਮੁੱਖ ਭਾਵ ਜੋ ਇਸ ਦੇ ਰਹਾਉ ਵਿੱਚ ਆਇਆ ਹੈ, ਪਰਮਾਤਮਾ ਦਾ ਨਾਮ ਸੁਖ ਦੇਣ ਵਾਲਾ ਹੈ। ਇਹ ਭਗਤ ਜਨਾਂ ਦੇ ਹਿਰਦੇ ਵਿੱਚ ਟਿਕਿਆ ਹੁੰਦਾ ਹੈ। ਭਾਵ ਰੱਬ ਜੀ ਦੇ ਗੁਣ ਮਨੁੱਖ ਨੂੰ ਭਟਕਣਾ ਤੋਂ ਬਚਾਉਂਦੇ ਹਨ। ਜਾਂ ਮੈਂ ਇੰਜ ਬੇਨਤੀ ਕਰਾਂ, ਜੋ ਇਸ ਪਦੀ ਦਾ ਸਮੁੱਚੇ ਤੌਰ ਤੇ ਭਾਵ ਨਿਕਲਦਾ ਹੈ, ਉਹ ਸਾਰੇ ਭਾਵ ਅਰਥ ਦੀ ਆਪਾਂ ਜਿਹੜੀ ਥੋੜੇ ਸ਼ਬਦਾਂ ਵਿੱਚ ਜੋ ਵਿਚਾਰ ਸਾਨੂੰ ਮਿਲਦੀ ਹੈ, ਉਸ ਨੂੰ 10 ਭਾਗਾਂ ਵਿੱਚ ਵੰਡਣ ਦਾ ਯਤਨ ਕੀਤਾ ਗਿਆ ਹੈ। ਇਸ ਅਸ਼ਟਪਦੀ ਦੇ ਜੋ 10 ਨੁਕਤੇ ਸਾਡੇ ਸਾਹਮਣੇ ਆਉਂਦੇ ਹਨ, ਆਪਾਂ ਉਹਨਾਂ ਨੁਕਤਿਆਂ ਨੂੰ ਵਿਚਾਰਨਾ ਹੈ। ਅਸੀਂ ਕੇਵਲ ਸਰਬ ਰੋਗ ਕਾ ਔਖਦ ਨਾਮ ਦੀ ਹੀ ਵਿਚਾਰ ਕਰ ਰਹੇ ਹਾਂ, ਜਦ ਕਿ ਇਸ ਅਸ਼ਟਪਦੀ ਵਿੱਚੋਂ 10 ਨੁਕਤੇ ਸਾਡੇ ਸਾਹਮਣੇ ਸਪਸ਼ਟ ਹੁੰਦੇ ਹਨ। ਪਹਿਲਾ ਨੁਕਤਾ, ਜੋ ਸੁਖਮਨੀ ਸਾਹਿਬ ਦੀ ਬਾਣੀ ਦਾ ਮੁੱਖ ਭਾਵ ਜੋ ਇਸ ਦੇ ਰਹਾਉ ਵਿੱਚ ਆਇਆ ਹੈ ਕਿ ਪਰਮਾਤਮਾ ਦਾ ਨਾਮ ਸੁਖ ਦੇਣ ਵਾਲਾ ਹੈ, ਇਹ ਭਗਤ ਜਨਾਂ ਦੇ ਹਿਰਦੇ ਵਿੱਚ ਟਿਕਿਆ ਹੁੰਦਾ ਹੈ। ਭਾਵ ਰੱਬ ਜੀ ਦੇ ਗੁਣ ਮਨੁੱਖ ਨੂੰ ਭਟਕਣਾ ਤੋਂ ਬਚਾਉਂਦੇ ਹਨ। 9ਵੀਂ ਅਸ਼ਟਪਦੀ ਦੇ ਸ਼ਲੋਕ ਵਿੱਚ ਸੁੱਚ ਭਿੱਡ ਦੀ ਅਖੌਤੀ ਬਿਮਾਰੀ ਤੋਂ ਬਚਣ ਲਈ ਕਿਹਾ ਗਿਆ ਹੈ। ਸਵਾ ਕਰਕੇ ਰੱਬੀ ਨਾਮ ਭਾਵ ਸਦਾ ਰਹਿਣ ਵਾਲੇ ਨੂੰ ਧਾਰਨ ਕਰਨਾ ਹੈ। 9ਵੀਂ ਅਸ਼ਟਪਦੀ ਵਿੱਚ 9ਵੀਂ ਅਸ਼ਟਪਦੀ ਦੇ ਸ਼ਲੋਕ ਵਿੱਚ ਸੁੱਚ ਭਿੱਡ ਦੀ ਅਖੌਤੀ ਬਿਮਾਰੀ ਤੋਂ ਬਚਣ ਲਈ ਕਿਹਾ ਗਿਆ ਹੈ। ਸੁਭਾਵ ਕਰਕੇ ਰੱਬੀ ਨਾਮ ਭਾਵ ਸਦਾ ਰਹਿਣ ਵਾਲੇ ਗੁਣਾਂ ਨੂੰ ਧਾਰਨ ਕਰਨਾ ਹੈ। ਅਸ਼ਟਪਦੀ ਦੇ ਪਹਿਲੇ ਬੰਦ ਵਿੱਚ ਸਰੀਰ ਦੇ ਗਿਆਨ ਇੰਦਰੀਆਂ ਨੂੰ ਵੱਖ-ਵੱਖ ਚਸਕਿਆਂ ਦੇ ਜੋ ਭਿਆਨਕ ਰੋਗ ਲੱਗੇ ਹੋਏ ਹਨ, ਇਹਨਾਂ ਤੋਂ ਦੂਰੀ ਬਣਾ ਕੇ ਚੱਲਣਾ ਹੈ। ਇਸ ਅਸ਼ਟਪਦੀ ਦਾ ਜੋ ਚੌਥਾ ਵਿਚਾਰ ਉਪਦੇਸ਼ ਹੈ, ਨਿਰਾ ਵਿਸ਼ਨੂੰ ਦਾ ਭਗਤ ਅਖਵਾਇਆ ਮਨ ਵਿੱਚ ਪਵਿੱਤਰਤਾ ਨਹੀਂ ਆ ਸਕਦੀ, ਜਿੰਨਾ ਚਿਰ ਦਿਖਾਵੇ ਦੇ ਧਰਮ ਕਰਮ ਨੂੰ ਛੱਡ ਕੇ ਸੰਸਾਰਕ ਖੁਆਇਸ਼ਾਂ ਤੋਂ ਉੱਪਰ ਨਹੀਂ ਉੱਠਦਾ। ਪੰਜਵਾਂ ਕੀ ਉਪਦੇਸ਼ ਮਿਲਦਾ ਹੈ? ਗੁਰੂ ਉਪਦੇਸ਼ ਰਾਹੀਂ ਮੰਦ ਕਰਮੀਆਂ ਦੀ ਸੰਗਤ ਤਿਆਗਣੀ,
ਮਲੀਨ ਸੋਚ ਨੂੰ ਖਤਮ ਕਰਨਾ ਤੇ ਮਤ ਨੂੰ ਉੱਚੀਆਂ ਚੁੱਕ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਰੁਚੀ ਪੈਦਾ ਕਰਨੀ। ਗੁਰੂ ਜੀ ਨੂੰ ਮਨੋ ਤਨੋ ਸਮਰਪਣ ਹੋਣਾ ਹੈ। ਇਸ ਅਸ਼ਟਪਦੀ ਦਾ ਜੋ ਪੰਜਵਾਂ ਸਿਧਾਂਤ ਹੈ, ਜੋ ਛੇਵਾਂ ਸਿਧਾਂਤ ਹੈ, ਉਹ ਹੈ ਅਸਲੀ ਧਰਮੀ ਬੰਦਾ ਉਹ ਹੈ ਜੋ ਆਪਣੇ ਮਨ ਦੀ ਬਿਮਾਰੀ ਨੂੰ ਦੂਰ ਕਰਦਾ ਹੈ ਤੇ ਫਿਰ ਸਾਰੀ ਮਨੁੱਖਤਾ ਦਾ ਭਲਾ ਲੋਚਦਾ, ਇੱਕੋ ਜਿਹਾ ਦੇਖਦਾ ਹੈ। ਗੁਰੂ ਸਾਹਿਬ ਜੀ ਦਾ ਇੱਕ ਹੋਰ ਉਪਦੇਸ਼, ਜੋ ਗੁਰੂ ਉਪਦੇਸ਼ ਰਾਹੀਂ ਮੰਦ ਕਰਮੀਆਂ ਦੀ ਸੰਗਤ ਤਿਆਗਣੀ, ਮਲੀਨ ਸੋਚ ਨੂੰ ਖਤਮ ਕਰਨਾ ਤੇ ਮਤ ਨੂੰ ਉੱਚੀਆਂ ਚੁੱਕ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਰੁਚੀ ਪੈਦਾ ਕਰਨੀ, ਗੁਰੂ ਜੀ ਨੂੰ ਮਨੋ ਤਨੋ ਸਮਰਪਣ ਹੋਣਾ ਹੈ। ਇਸ ਅਸ਼ਟਪਦੀ ਦਾ ਜੋ ਸੱਤਵਾਂ ਵਿਚਾਰ ਹੈ, ਪਸ਼ੂ, ਭੂਤ, ਪੱਥਰ ਤੇ ਪ੍ਰੇਤ ਵਰਗੇ ਸੁਭਾਅ ਜੋ ਮਾਨਸਿਕ ਬਿਮਾਰੀਆਂ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ, ਉਹ ਸਾਰੇ ਗੁਰੂ ਗਿਆਨ ਦੁਆਰਾ ਦੂਰ ਹੋ ਜਾਂਦੇ ਹਨ। ਸਿਰਫ ਆਪਣੇ ਆਪ ਨੂੰ ਨਿਯਮਬੰਦ ਕਰਨ ਦੀ ਲੋੜ ਹੈ, ਜਿਸ ਨੂੰ ਗੁਣਗਾਮ ਕਿਹਾ ਗਿਆ ਹੈ। 8ਵਾਂ, ਜਿਸ ਨੇ ਆਪਣੇ ਆਪ ਨੂੰ ਰੱਬੀ ਗੁਣਾਂ ਦੇ ਅਭਿਆਸ ਵਿੱਚ ਪਾ ਲਿਆ ਹੈ, ਉਸ ਦੇ ਮਨ ਦੇ ਰੋਗ ਦੂਰ ਕਰਦਿਆਂ, ਜ਼ਿੰਦਗੀ ਦੀ ਹਕੀਕਤ ਨੂੰ ਸਮਝਦਿਆਂ ਸਮਾਜ ਵਿੱਚੋਂ ਚੰਗੇ ਇਨਸਾਨ ਦੀ ਪ੍ਰਵਾਨਗੀ ਲੈ ਲਈ ਹੈ। 9ਵਾਂ ਉਪਦੇਸ਼ ਇਸ ਅਸ਼ਟਪਦੀ ਵਿੱਚੋਂ ਕੀ ਮਿਲਦਾ ਹੈ? ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲਦਿਆਂ ਜੀਵਨ ਦੇ ਹਰ ਪੜਾਅ ਵਿੱਚ ਤਬਦੀਲੀ ਦੀ ਸਾਫ਼ ਝਲਕ ਦਿਖਾਈ ਦਿੰਦੀ ਹੈ। ਲਾਲਚ, ਖੁਸ਼ਾਮਦ, ਗਮੀ ਤੇ ਚਿੰਤਾ ਵਰਗੇ ਰੋਗ ਆਪਣੇ ਆਪ ਭੱਜ ਨਿਕਲਦੇ ਹਨ। ਪਰਮਾਤਮਾ ਸਮੁੰਦਰ ਹੈ ਤੇ ਅਸੀਂ ਉਸ ਦੀਆਂ ਲਹਿਰਾਂ ਹਾਂ। ਗੁਰੂ ਗਿਆਨ ਵਿੱਚ ਮਤ ਉੱਚੀ ਕੀਤਿਆਂ ਸਦਾ ਖੁਸ਼ੀਆਂ ਖੇੜੇ ਬਣੇ ਰਹਿੰਦੇ ਹਨ। ਗੁਰਬਾਣੀ ਅਭਿਆਸ ਕਰਦਿਆਂ, ਭਾਵ ਇਸ ਦੇ ਭਾਵ-ਅਰਥ ਨੂੰ ਸਮਝਦਿਆਂ ਸਰੀਰ ਦਾ ਮਾਨਸਿਕ ਬਲ ਵੱਧ ਜਾਂਦਾ ਹੈ। ਸਰੀਰਕ ਰੋਗਾਂ ਦੀ ਮਾਰ ਦਾ ਸਾਹਮਣਾ ਕਰਦਿਆਂ ਘਰ ਵਿੱਚ ਆਏ ਹਰ ਸੰਕਟ ਦਾ ਫਿਰ ਮੁਕਾਬਲਾ ਕਰ ਸਕਦਾ ਹੈ। ਹੁਕਮ ਮੰਨਣ ਦੀ ਜਾਚ ਆਉਂਦੀ ਹੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਜ਼ਰਾ ਕੁ ਧਿਆਨ ਨਾਲ ਵਾਚੀਏ ਤਾਂ ਗੱਲ ਸਮਝ ਵਿੱਚ ਆ ਸਕਦੀ ਹੈ ਕਿ ਜਿਸ ਮਨੁੱਖ ਦੇ ਮੂੰਹ ਵਿੱਚ ਪਰਮਾਤਮਾ ਦੇ ਨਾਮ ਦੀ ਫਿਰ ਮੈਂ ਦੁਹਰਾ ਦਿਆਂ ਕਿ ਬੈਦ ਮੇਰਾ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਜ਼ਰਾ ਕੁ ਧਿਆਨ ਨਾਲ ਵਾਚੀਏ ਤਾਂ ਗੱਲ ਸਾਡੀ ਸਮਝ ਵਿੱਚ ਆ ਜਾਂਦੀ ਹੈ ਕਿ ਇਹ ਸਰੀਰ ਦੇ ਰੋਗਾਂ ਦੀ ਗੱਲ ਨਹੀਂ ਕੀਤੀ। ਇੱਥੇ ਤਾਂ ਪਰਮਾਤਮਾ ਦੇ ਗੁਣ ਗਾਉਂਦਿਆਂ, ਭਾਵ ਗੁਰੂ ਉਪਦੇਸ਼ ਵਿੱਚ ਚਲਿਆਂ ਆਤਮਿਕ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸਾਰੇ ਰੋਗਾਂ ਵਿਕਾਰਾਂ ਦੀ ਦਵਾਈ ਨਾਮ ਹੈ ਤੇ ਨਾਮ ਤੋਂ ਮੁਰਾਦ ਗੁਰੂ ਗਿਆਨ ਹੈ, ਗੁਰੂ ਉਪਦੇਸ਼ ਹੈ। ਗੁਰੂ ਉਪਦੇਸ਼ ਵਿੱਚ ਚੱਲਣਾ ਹੈ। ਸੋਰ ਠਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰੂ ਤਾਂ ਇੱਕ ਅਜਿਹਾ ਵੈਦ ਹੈ ਜੋ ਨਾਮ ਦੀ ਬਿਮਾਰੀ ਦੇ ਕੇ ਆਤਮਿਕ ਰੋਗਾਂ ਤੋਂ ਸਦਾ ਲਈ ਖਲਾਸੀ ਕਰਾ ਦਿੰਦਾ ਹੈ। ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਰਹਾਓ। ਸੋਠ ਮਹਲਾ ਪੰਜਵਾਂ, ਪੰਨਾ 618। ਹੇ ਭਾਈ, ਗੋਬਿੰਦ ਦਾ ਰੂਪ ਮੇਰਾ ਗੁਰੂ ਪੂਰਾ ਹਕੀਮ ਹੈ। ਇਹ ਹਕੀਮ ਜਿਸ ਨੇ ਮਨੁੱਖ ਦੇ ਮੂੰਹ ਵਿੱਚ ਹਰ ਨਾਮ ਦੀ ਦਵਾਈ ਪਾਉਂਦਾ ਹੈ, ਉਸ ਦੇ ਜਮਾਂ ਦੀ ਫਾਹੀ ਕੱਟ ਦਿੰਦਾ ਹੈ। ਭਾਵ ਇਹ ਹਕੀਮ ਜਿਸ ਮਨੁੱਖ ਦੇ ਮੂੰਹ ਵਿੱਚ ਵੀ ਨਾਮ ਦੀ ਦਵਾਈ ਪਾ ਦਿੰਦਾ ਹੈ, ਉਸ ਦੇ ਜਮਾਂ ਦੀ ਫਾਹੀ ਕੱਟ ਦਿੰਦਾ ਹੈ। ਭਾਵ ਆਤਮਿਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਅੰਦਰੋਂ ਕੱਟ ਦਿੰਦਾ ਹੈ। ਇਹ ਮੇਰਾ ਗੁਰੂ। ਸੋ ਗੁਰਬਾਣੀ ਸਰੀਰਕ ਰੋਗਾਂ ਦੀ ਗੱਲ ਨਹੀਂ ਕਰ ਰਹੀ, ਇਹ ਤੇ ਆਤਮਿਕ ਰੋਗਾਂ ਨੂੰ ਖਤਮ ਕਰਨ ਦੀ ਜਾਂਚ ਦੱਸ ਰਹੀ ਹੈ। ਸਰੀਰਕ ਰੋਗਾਂ ਦੇ ਇਲਾਜ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ
ਤਰਨ ਤਾਰਨ ਵਿਖੇ ਕੋਹੜੀ ਘਰ ਬਣਾਇਆ। ਗੁਰੂ ਹਰਿਰਾਏ ਸਾਹਿਬ ਜੀ ਨੇ ਕੀਰਤਪੁਰ ਦਵਾਖਾਨਾ ਬਣਾਇਆ, ਜਿੱਥੋਂ ਦਾਰਾ ਸ਼ਿਕੋ ਦੇ ਇਲਾਜ ਦੀ ਦਵਾਈ ਇੱਥੋਂ ਭੇਜੀ ਗਈ। ਅੱਜ ਦੇ ਵਿਗਿਆਨਕ ਯੁੱਗ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਤੇ ਇਸ ਤਰੱਕੀ ਦਾ ਹਰ ਮਨੁੱਖ ਨੂੰ ਲਾਭ ਲੈਣਾ ਚਾਹੀਦਾ ਹੈ। ਸਰੀਰ ਦੇ ਰੋਗਾਂ ਲਈ ਹਸਪਤਾਲ ਹਨ, ਜਦ ਕਿ ਆਤਮਿਕ ਰੋਗਾਂ ਲਈ ਗੁਰੂ ਸਾਹਿਬ ਜੀ ਦਾ ਨਾਮ ਰੂਪੀ ਉਪਦੇਸ਼ ਹੈ। ਇਸ ਪ੍ਰਥਾਏ ਗੁਰੂ ਰਾਮਦਾਸ ਜੀ ਦਾ ਇੱਕ ਪਿਆਰਾ ਵਾਕ ਹੈ, ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੱਡ ਭਾਗ ਮਥੋਰਾ। ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ। ਫਿਰ ਦਰਾਲਿਆਂ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੱਡ ਭਾਗ ਮਥੋਰਾ। ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ। ਰਾਗ ਸਾਰੰਗ ਮਹੱਲਾ ਚੌਥਾ ਪੰਨਾ 1201। ਸੋ ਭਾਗਾਂ ਵਾਲਿਓ, ਗੁਰੂ ਸਾਹਿਬ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਉਹ ਆਤਮਿਕ ਤਲ ਦੇ ਉੱਤੇ ਹੈ। ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ, ਜੀਵਨ ਜੁਗਤੀ ਸਿੱਖਣੀ ਹੈ। ਐਸਾ ਨਹੀਂ ਹੈ ਕਿ ਕੇਵਲ ਤੇ ਕੇਵਲ ਅਸੀਂ ਅੱਲਾ ਅੱਲਾ ਕਹਿ ਲਈਏ, ਰਾਮ ਰਾਮ ਕਹਿ ਲਈਏ, ਵਾਹਿਗੁਰੂ ਕਹਿ ਲਈਏ ਤੇ ਸਾਡੇ ਰੋਗ ਸਰੀਰ ਦੇ ਦੂਰ ਹੋ ਜਾਣਗੇ। ਨਹੀਂ, ਗੁਰੂ ਸਾਹਿਬ ਜੀ ਨੇ ਵੀ ਹਸਪਤਾਲ ਬਣਾਏ ਤੇ ਹੁਣ ਵੀ ਸਿੱਖ ਕੌਮ ਚੰਗੇ ਚੰਗੇ ਹਸਪਤਾਲ ਬਣਾ ਰਹੀ ਹੈ ਔਰ ਸਾਨੂੰ ਬਣਾਉਣ ਦੀ ਜ਼ਰੂਰਤ ਹੈ। ਅੱਜ ਦੀ ਮੈਡੀਕਲ ਸਾਇੰਸ ਦੁਆਰਾ ਸਰੀਰ ਦੇ ਕਈ ਰੋਗ ਸਾਡੇ ਦੂਰ ਹੋ ਜਾਂਦੇ ਹਨ। ਇਸ ਲਈ ਗੁਰਬਾਣੀ ਦਾ ਜੋ ਉਪਦੇਸ਼ ਹੈ ਇਹ ਜੀਵਨ ਜਾਚ ਲਈ ਹੈ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰਿਓ, ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।